दोस्तों सत श्री अकाल। मैं सतविंदर सिंह हाज़र नाल लैके प्रोग्राम खास खबर ते एक नज़र। खास खबर ते एक नज़र प्रोग्राम दे विच असीं पिछले हफ्ते दीयां रहियां होईयां खास खबरां दे उत्ते एक नज़र पाउने एक झात पाउने आ। और सब तो पहला मैं धन्नवाद करना चाहांगा पंजाब इंश्योरेंस तो हरपिंदर सिंह होना दा, जिन्हां दे सहयोग दे नाल ये प्रोग्राम तुहाडे तक हर हफ्ते पुजदा है। खास खबरां दे उत्ते नज़र मारन वास्ते मेरे नाल अज फिर आए ने जग्गी ढिल्लों जी। जग्गी ढिल्लों जी प्यार भरी सत श्री अकाल जी, बहुत बहुत स्वागत है तुहाडा इस प्रोग्राम दे विच। जग्गी ढिल्लों जी, जिवें आपां पिछले हफ्ते दीयां जिहड़ियां सुर्खियां रहियां मेन, एक तो हिंदुस्तान की जिहड़ी पार्लीमेंट सी उहदा पहला सैशन होया, सारे जिहड़े सी MP उन्होंने सौंह चुकी और राष्ट्रपति का भाषण होया, फिर उहदे ते जिहड़ी है बहस हुई है। जे आपां नरेंद्र मोदी की गल करिए कि जिवें उन्हें पहला अपने कैबिनेट मीटिंग्स दे विच भी बड़ा क्लीयर कट कर दिता सी कि आपां नूं परफॉर्म करना ही पैना हैगा। और इस बार जो उन्होंने पार्लीमेंट दे विच जिहड़ा पहला अपना भाषण दिता कि इलैक्शन तो बाद तकरीबन पहली वारी वो खुल के बोले हैगे ने, ਉਹਦੇ ਵਿੱਚ ਉਹਨੇ ਕਿਹੜੀਆਂ ਗੱਲਾਂ ਜਿਹੜੀਆਂ ਜ਼ਿਆਦਾ ਉਹਦੇ ਤੇ ਜ਼ੋਰ ਦਿੱਤਾ, ਉਹਦੇ ਬਾਰੇ ਜਿਹੜੇ ਸਾਡੇ ਦਰਸ਼ਕਾਂ ਦੇ ਨਾਲ ਜਿਹੜੀਆਂ ਸਾਂਝ ਕਰੋ। ਦੇਖੋ ਜੀ, ਮੈਂ ਜਿਸ ਤਰ੍ਹਾਂ ਪਿੱਛੇ ਵੀ ਆਪਾਂ ਗੱਲ ਕਰਦੇ ਰਹੇ ਹਾਂ ਕਿ ਮੋਦੀ ਸਾਹਿਬ ਨੇ ਆਪਣਾ ਏਜੰਡਾ ਜਿਹੜਾ ਡਿਵੈਲਪਮੈਂਟ ਦਾ ਹੈਗਾ ਉਹਨੂੰ ਜਿਹੜਾ ਬੇਸ ਬਣਾਇਆ ਸੀਗਾ। ਉਸ ਤੋਂ ਬਾਅਦ ਜਿਹੜੀ ਕੈਬਨਿਟ ਉਹਨਾਂ ਨੇ ਫਾਰਮ ਕੀਤੀ, ਜਿਹੜੇ ਮਿਨਿਸਟਰੀਜ਼ ਉਹਨਾਂ ਨੂੰ ਲੱਗੀਆਂ ਵੀ ਇਹ ਰੀਅਲਾਈਨ ਕਰਨ ਦੀ ਲੋੜ ਹੈਗੀ ਹੈ, ਉਹਨਾਂ ਨੇ ਰੀਅਲਾਈਨ ਕੀਤਾ। ਕੁਝ ਕਮੇਟੀਆਂ ਵੀ ਉਹਨਾਂ ਨੇ ਟ੍ਰਿਮ ਡਾਊਨ ਕਰਤੀਆਂ ਨੇ ਜਿਹੜੀਆਂ ਉਹਨਾਂ ਨੂੰ ਲੱਗੀਆਂ ਵੀ ਇਹਨਾਂ ਦੀ ਲੋੜ ਨਹੀਂ ਸੀ, ਜਾਂ ਉਹਨਾਂ ਦੀ ਸ਼ੇਪ ਜਿਹੜੀ ਹੈ ਚੇਂਜ ਕਰ ਦਿੱਤੀ ਹੈ। ਅਤੇ ਉਹ ਜੋ ਉਹਨਾਂ ਨੇ ਗੱਲਾਂ ਸ਼ੁਰੂ ਤੋਂ ਕਹੀਆਂ ਸੀਗੀਆਂ ਕਿ ਮੈਂ ਚਾਹੁੰਦਾ ਹਾਂ ਕਿ ਮਿਨੀਮਮ ਗਵਰਨਮੈਂਟ ਮੈਕਸੀਮਮ ਗਵਰਨੈਂਸ, ਉਸ ਏਜੰਡੇ ਦੇ ਉੱਤੇ ਅਗਰ ਉਹ ਚੱਲੇ ਸੀਗੇ ਅਤੇ ਜਿਹੜੀ ਉਹਨਾਂ ਦੀ ਸਪੀਚ ਆ, ਜਾਂ ਕਹਿ ਲਓ ਵੀ ਉਸ ਤੋਂ ਪਹਿਲਾਂ ਜਿਹੜੀ ਪ੍ਰੈਜ਼ੀਡੈਂਟ ਨੇ ਵੀ ਸਪੀਚ ਦਿੱਤੀ ਆ, ਉਹ ਮੋਰੋਲੈਸ ਜੋ ਮੋਦੀ ਸਾਹਿਬ ਦੇ ਏਜੰਡੇ ਸੀਗੇ ਉਹਨਾਂ ਤੇ ਆਧਾਰਿਤ ਸੀਗੀ। ਨੈਚੁਰਲੀ ਜਿਹੜੇ ਰਾਸ਼ਟਰਪਤੀ ਹੁੰਦੇ ਨੇ ਉਹ ਉਸ ਸਰਕਾਰ ਦੇ ਜਿਹੜੇ ਏਜੰਡੇ ਹੁੰਦੇ ਨੇ ਉਹਨਾਂ ਨੂੰ ਮੋਰੇ ਲਿਆ ਕੇ ਉਹ ਲੈਕਚਰ ਉਹਨਾਂ ਦਾ ਐਕਚੁਅਲੀ ਕੈਬਨਿਟ ਵੱਲੋਂ ਵੀ ਤਿਆਰ ਕੀਤਾ ਜਾਂਦਾ ਇੱਕ ਤਰ੍ਹਾਂ ਦਾ ਹਾਂਜੀ ਉਹਨਾਂ ਦਾ ਭਾਸ਼ਣ। ਤੇ ਉਸੇ ਚੀਜ਼ ਨੂੰ ਉਹਨਾਂ ਨੇ ਗਾਂਹ ਵਧਾਇਆ ਤੇ ਉਹਨਾਂ ਨੇ ਇਹ ਗੱਲ ਆਖੀ ਆ ਕਿ ਸਾਨੂੰ ਜਿਹੜਾ ਸਾਡਾ ਆਉਣ ਵਾਲਾ ਟਾਈਮ ਆ, ਜਿਹੜੇ 4 ਸਾਲ ਜਾਂ 5 ਸਾਲ ਸਾਡੇ ਕੋਲ ਹੈਗੇ ਨੇ, ਵੀ ਇਹ ਗੋਲਡਨ ਅਪਰਚੁਨਿਟੀ ਹੈਗੀ ਹੈ। ਉਹਨਾਂ ਨੇ ਆਪਣੇ ਪਾਰਟੀ ਦੇ ਜਿਹੜੇ MPs ਨੇ ਉਹਨਾਂ ਨੂੰ ਵੀ ਇਹ ਮੈਸੇਜ ਦਿੱਤਾ ਅਤੇ ਅਪੋਜੀਸ਼ਨ ਕੋ ਵੀ ਉਹ ਪਹੁੰਚੇ ਨੇ ਬੜੀ ਓਪਨ ਹਾਰਟ ਨਾਲ ਕਿ ਜੋ ਸਾਡੀਆਂ ਦੁਖਦ ਗੱਲਾਂ ਐਕਸਚੇਂਜ ਹੋਈਆਂ ਇਲੈਕਸ਼ਨ ਦੇ ਟਾਈਮ ਦੇ ਉੱਤੇ, ਵੀ ਅਸੀਂ ਉਹਨਾਂ ਨੂੰ ਭੁੱਲ ਕੇ ਅਤੇ ਇਕੱਠੇ ਹੋ ਕੇ ਅਤੇ ਇੰਡੀਆ ਦਾ ਸੋਚੀਏ। ਮੈਂ ਇਹਨੂੰ ਇਸ ਤਰ੍ਹਾਂ ਲੈਂਦਾ ਜੀ ਕਿ ਬੜਾ ਪੋਜ਼ੀਟਿਵ ਇੱਕ ਲੈਕਚਰ ਸੀਗਾ, ਉਹਨਾਂ ਦੀ ਸਪੀਚ ਸੀਗੀ, ਬਹੁਤ ਅੱਛੀ ਵਿਜ਼ਨ ਦੇ ਨਾਲ ਉਹਨਾਂ ਨੇ ਆਪਣੀ ਗੱਲ ਜਿਹੜੀ ਹੈ ਪੇਸ਼ ਕੀਤੀ ਹੈ। ਔਰ ਮੈਂ ਇਕੱਲਾ ਸਿਰਫ ਪਾਰਲੀਮੈਂਟ ਦੇ ਅੰਦਰ ਬੈਠੇ ਹੋਏ ਲੋਕਾਂ ਤੱਕ ਉਹਨਾਂ ਨੇ ਸੀਮਤ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਇਹ ਸੋਚਦਾ ਕਿਤੇ ਨਾ ਕਿਤੇ ਕਿ ਉਹਨਾਂ ਨੇ ਥਰੂ ਆਊਟ ਇੰਡੀਆ ਹਰ ਇੱਕ ਹਿੰਦੁਸਤਾਨੀ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਇਕੱਲਾ ਨਰਿੰਦਰ ਮੋਦੀ ਚੀਜ਼ਾਂ ਨੂੰ ਨਹੀਂ ਬਦਲ ਸਕਦਾ, ਜਿੰਨਾ ਚਿਰ ਤੱਕ ਅਸੀਂ ਸਾਰੇ ਇਸ ਤਰੀਕੇ ਨਾਲ ਨਹੀਂ ਸੋਚਾਂਗੇ ਵੀ ਇਹ ਸਾਡਾ ਦੇਸ਼ ਹੈ ਜਾਂ ਸਾਡਾ ਮੁਲਕ ਹੈ, ਤੇ ਸਾਨੂੰ ਇਹਦੇ ਵਾਸਤੇ ਸੋਚਣਾ ਚਾਹੀਦਾ ਹੈ, ਤੇ ਜੋ ਵੀ ਅਸੀਂ ਕੰਮ ਕਰੀਏ ਉਹ ਇਹਦੇ ਵਾਸਤੇ ਕੰਮ ਕਰੀਏ। ਇਹ ਜਿਹੜਾ ਲੈਕਚਰ ਆਇਆ ਜਾਂ ਜਿਸ ਤਰ੍ਹਾਂ ਦੀ ਮਤਲਬ ਪਰਫਾਰਮੈਂਸ ਨਰਿੰਦਰ ਮੋਦੀ ਦੀ ਆ ਰਹੀ ਹੈ, ਤੁਹਾਨੂੰ ਲੱਗਦਾ ਕਿ ਉਹ ਨਰਿੰਦਰ ਮੋਦੀ ਦੀ ਜਿਹੜੀ ਛਵੀ ਸਾਡੇ ਤੁਹਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਵੀ ਥੋੜ੍ਹੀ ਚੇਂਜ ਹੋਈ ਹੈਗੀ ਹੈ ਵੀ ਨਹੀਂ ਯਾਰ ਉਹ ਇੱਕ ਬੰਦਾ ਡਿਪਲੋਮੇਸੀ ਵੀ ਜਾਣਦਾ, ਜਿਵੇਂ ਮਨਮੋਹਨ ਸਿੰਘ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮਿਲ ਕੇ ਆਇਆ, ਜਾਂ ਕੱਲ੍ਹ ਰਾਹੁਲ ਗਾਂਧੀ ਉਹਨਾਂ ਨੂੰ ਕਿਤੇ ਪਾਰਲੀਮੈਂਟ 'ਚ ਮਿਲੇ ਤਾਂ ਉਹਨੂੰ ਵੀ ਬੜੀ ਗਰਮਜੋਸ਼ੀ ਦੇ ਨਾਲ ਜਿਹੜੇ ਹੈ ਮਿਲੇ ਹੈ, ਜਾਂ ਜਿਸ ਤਰ੍ਹਾਂ ਉਹ ਆਪਣੇ ਆਪੋਜੀਸ਼ਨ ਦੇ ਨਾਲ ਗੱਲਬਾਤ ਕਰ ਰਿਹਾ ਹੈਗਾ। ਆਪੋਜੀਸ਼ਨ ਜਿਹੜੇ ਲੀਡਰ ਹੈਗੇ ਨੇ, ਮੁਲਾਇਮ ਸਿੰਘ ਯਾਦਵ ਹੋਇਆ ਜਾਂ ਕੋਈ ਵੀ ਹੋਰ ਹੋਇਆ, ਜਿਹਨੂੰ ਉਹਨੂੰ ਸੰਬੋਧਨ ਕਰਦਾ ਜਿਸ ਤਰੀਕੇ ਨਾਲ, ਵੀ ਸ਼ਾਇਦ ਉਹ ਸਹਿਯੋਗ ਲੈਣ ਦੇ ਵਿੱਚ ਕਾਮਯਾਬ ਰਹੇਗਾ। ਪਹਿਲਾਂ ਐਂ ਲੱਗਦਾ ਕਿ ਸ਼ਾਇਦ ਹੰਕਾਰੀ ਨਾ ਹੋ ਜਾਏ ਨਰਿੰਦਰ ਮੋਦੀ, ਪਰ ਇਹੋ ਜਿਹੀ ਗੱਲ ਕੋਈ ਅਜੇ ਤੱਕ ਸਾਹਮਣੇ ਨਜ਼ਰ ਆਈ ਨਹੀਂ ਹੈ। ਨਹੀਂ, ਬਹੁਤ ਹੀ ਅੱਛੀ ਅਪਰੋਚ ਨਾਲ ਚੱਲ ਰਹੇ ਨੇ, ਇੱਕ ਟੀਮ ਬਿਲਡਿੰਗ ਔਰ ਇੱਕ ਸਭ ਨੂੰ ਨਾਲ ਲੈ ਕੇ ਚੱਲਣ ਦੇ ਅਪਰੋਚ ਨਾਲ ਚੱਲ ਰਹੇ ਨੇ। ਅਗਰ ਇਸੇ ਹੀ ਅਪਰੋਚ ਨਾਲ ਉਹਨਾਂ ਨੇ ਕੰਮ ਕੀਤਾ ਔਰ ਆਪਣੀ ਜਿਹੜੇ ਏਜੰਡੇ ਲੈ ਕੇ ਚੱਲੇ ਨੇ, ਜਿਹਦੇ 'ਚੋਂ ਪੋਲੀਟਿਕਸ ਨੂੰ ਕ੍ਰਿਮੀਨਲਸ ਤੋਂ ਕਲੀਨ ਕਰਨ ਦੀ ਗੱਲ ਕਰ ਰਹੇ ਨੇ ਕਿ ਅਸੀਂ ਜਿਹੜੇ ਕੇਸਿਸ ਪੈਂਡਿੰਗ ਹੈਗੇ ਨੇ, ਕ੍ਰਿਮੀਨਲ ਕੇਸਿਸ ਪੈਂਡਿੰਗ ਨੇ ਅਗੇਂਸਟ ਦਾ ਪੋਲੀਟੀਸ਼ੀਅਨਸ ਔਰ ਸਪੈਸੀਫਿਕਲੀ ਜਿਹੜੇ MPs ਨੇ, ਵੀ ਉਹਨਾਂ ਨੂੰ ਸਪੀਡ ਅਪ ਕਰਕੇ ਵੀ ਕੋਰਟ ਜਿਹੜਾ ਆ ਉਹ ਡਿਸੀਜਨ ਦੇਵੇ ਕਿ ਆਈਦਰ ਉਹ ਜਸਟੀਫਾਈਡ ਸੀਗੇ, ਜੇ ਉਹ ਨਹੀਂ ਜਸਟੀਫਾਈਡ ਸੀ ਤੇ ਉਹਨਾਂ ਦੇ ਅਗੇਂਸਟ ਚਾਰਜਸ ਫਰੇਮ ਕਰਕੇ ਉਹਨਾਂ ਨੂੰ ਜੋ ਸਜ਼ਾ ਦੇਣੀ ਹੈ ਦਿੱਤੀ ਜਾਵੇ, ਤਾਂ ਕਿ ਇੱਕ
ਇੰਡੀਆ ਦੇ ਵਿੱਚ ਜਿਹੜੀ ਇੱਕ ਇਮੇਜ ਬਣੀ ਹੋਈ ਹੈ ਕਿ ਜਿੰਨੇ ਵੀ ਬੰਦੇ ਪਾਰਲੀਮੈਂਟ 'ਚ ਬੈਠਦੇ ਨੇ ਉਹ ਸਾਰੇ ਕ੍ਰਿਮੀਨਲ ਹੁੰਦੇ ਆ, ਵੀ ਇੱਕ ਉਸ ਇਮੇਜ ਨੂੰ ਕਿਤੇ ਉਹ ਚਾਹੁੰਦੇ ਨੇ ਵੀ ਇਸ ਆਪਣੀ ਟੈਨਿਓਰ ਦੇ ਵਿੱਚ ਮੈਂ ਐਜ਼ अर्ਲੀ ਐਜ਼ ਪੋਸੀਬਲ ਕਿਉਂਕਿ ਉਹਨਾਂ ਨੇ ਮੈਂ ਕਲੀਨ ਕਰਦਾ। ਹਾਂ, ਜਿਹੜਾ ਉਹਨਾਂ ਨੇ ਟਾਈਮ ਵੀ ਦਿੱਤਾ ਹੈਗਾ ਵੀ ਆਪਾਂ 2015 ਤੱਕ ਜਿਹੜੀ ਹੈਗੀ ਵੀ ਆਪਾਂ ਚਾਹੁੰਦੇ ਕਿ ਪਾਰਲੀਮੈਂਟ ਸਾਫ਼ ਸੁਥਰੇ ਬੰਦੇ ਨਜ਼ਰ ਆਉਣ, ਜਾਂ ਇੱਕ ਭਾਵ ਹੋਵੇ ਕਿ ਯਾਰ ਹੁਣ ਪਾਰਲੀਮੈਂਟ ਜਿਹੜੀ ਸਾਫ਼ ਹੋ ਗਈ, ਇਸੇ ਕਰਕੇ ਉਹਨਾਂ ਨੇ 1 ਸਾਲ ਦਾ ਜਿਹੜਾ ਹੈਗਾ ਸਮਾਂ ਉਹਦੇ 'ਚ ਮੰਗਿਆ ਹੈਗਾ। ਪਰ ਇਹਦੇ 'ਚ ਜਿਵੇਂ ਗੱਲ ਵੀ ਠੀਕ ਹੈਗੀ ਕਿ ਜੇ 35% ਆਪਾਂ ਕਹਿੰਦੇ 35%, ਹਾਲਾਂਕਿ ਬੜੀ ਵੱਡੀ ਫਿਗਰ ਹੈਗੀ ਹੈ ਨਾ, ਤਕਰੀਬਨ 200 ਦੇ ਕਰੀਬ ਜਿਹੜੇ ਹੈਗੇ ਨੇ MP ਦਾਗੀ ਹੈਗੇ ਨੇ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ, ਪਰ ਦੈਟ ਮੀਨਸ ਕਿ 300 ਸਾਫ਼ ਵੀ ਹੈਗੇ ਨੇ ਤੇ ਉਹ ਵੀ ਵਿੱਚੇ ਬਦਨਾਮ ਹੁੰਦੇ ਹੈਗੇ ਨੇ। ਤੇ ਉਹਨਾਂ ਨੇ ਬੜੇ ਕਲੀਅਰ ਕੱਟ ਸ਼ਬਦਾਂ 'ਚ ਪਹਿਲੀ ਵਾਰੀ ਕਿਸੇ ਦੇ ਪ੍ਰਧਾਨ ਮੰਤਰੀ ਨੇ ਜਾਂ ਕਿਸੇ ਲੀਡਰ ਨੇ ਆਪਣੇ ਹੀ MPਆਂ ਦੇ ਅਗੇਂਸਟ ਐਡਾ ਵੱਡੀ ਜਿਹੜੀ ਗੱਲ ਕਹੀ ਹੋਵੇ, ਇਹ ਮੈਨੇ ਰਖਾਂਦੀ ਹੈਗੀ ਆ ਵੀ ਜ਼ਰੂਰ ਇਹ ਤੇ ਕੋਈ ਐਕਸ਼ਨ ਹੋਏਗਾ। ਨਹੀਂ ਜੀ, ਅਗਰ ਇਹਨੂੰ ਪ੍ਰੈਕਟੀਕਲੀ ਇੰਪਲੀਮੈਂਟ ਕਰ ਲੈਂਦੇ ਨੇ ਜਾਂ ਇਹਦੀ ਇੱਕ ਕੰਸੈਂਸਸ ਬਣਾ ਲੈਂਦੇ ਨੇ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਕਿ ਜਿਹੜੇ ਵੀ ਚਾਹੇ ਉਹ ਸਾਡੇ ਪਾਰਟੀ ਦੇ ਵਿੱਚ ਯਾਨੀ ਮੋਦੀ ਸਾਹਿਬ ਦੀ ਪਾਰਟੀ ਦੇ ਵਿੱਚ ਬੰਦੇ ਨੇ ਜਾਂ ਆਪੋਜੀਸ਼ਨ ਦੇ ਵਿੱਚ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਬੰਦੇ ਨੇ, ਵੀ ਅਸੀਂ ਮਿਲ ਕੇ ਇਸ ਚੀਜ਼ ਤੇ ਪਹੁੰਚੀਏ ਕਿ ਇਸ ਜਿਹੜਾ ਦਾਗ ਪਾਰਲੀਮੈਂਟ ਤੇ ਲੱਗਿਆ ਵੀ ਇਹ ਕ੍ਰਿਮੀਨਲਸ ਦਾ ਗੜ੍ਹ ਆ, ਵੀ ਉਹਨੂੰ ਸਾਫ਼ ਕਰਨ ਵਾਸਤੇ ਸੋਚੀਏ, ਉਸ ਡਾਇਰੈਕਸ਼ਨ ਚੱਲੀਏ ਤੇ ਜਸਟਿਸ ਮਿਲੇ। ਜਿਹੜੇ ਕ੍ਰਿਮੀਨਲ ਹੈਗੇ ਨੇ ਉਹਨਾਂ ਤੇ ਚਾਰजेस ਫਰੇਮ ਹੋਣ, ਉਹਨਾਂ ਨੂੰ ਜੋ ਸਜ਼ਾ ਮਿਲਣੀ ਹੈ ਮਿਲੇ। ਜਿਹੜੇ ਕਲੀਨ ਨੇ ਉਹਨਾਂ ਨੂੰ ਇਹ ਨਾ ਕਿਹਾ ਜਾਵੇ ਕਿ ਜੀ ਜਿਹੜੇ ਪਾਰਲੀਮੈਂਟ 'ਚ ਬੈਠੇ ਨੇ ਉਹਨਾਂ ਦੇ ਅਗੇਂਸਟ ਕੇਸ ਚੱਲ ਰਹੇ ਨੇ ਤੇ ਸਾਰੇ ਜਿਹੜੇ ਨੇ ਉਹ ਜਿਹਨਾਂ ਦੇ ਕੇਸ ਵੀ ਚੱਲ ਰਹੇ ਹੋਣ, ਉਹ ਵੀ ਉਹਨਾਂ 'ਚ ਵੀ ਕਈ ਨਿਰਦੋਸ਼ ਹੀ ਹੋਣ ਜਾਂ ਪੋਲੀਟੀਕਲੀ ਕਈ ਵਾਰੀ ਹੁੰਦਾ ਕਿ ਮੋਟੀਵੇਟਡ ਕੇਸ ਵੀ ਹੁੰਦੇ ਹੈਗੇ ਨੇ, ਪਰ ਜ਼ਰੂਰੀ ਨਹੀਂ ਕਿ ਸਾਰੇ ਹੀ ਹੋਣ, ਕ੍ਰਿਮੀਨਲ ਵੀ ਜ਼ਰੂਰ ਹੋਣਗੇ ਉਹਦੇ ਵਿੱਚ। ਪਰ ਇਹ ਹੈਗਾ ਕਿ ਸਾਰਿਆਂ ਨੂੰ ਉਹਨਾਂ ਬਦਨਾਮ ਕੀਤਾ ਤੇ ਜ਼ਰੂਰ ਇਸ ਦੀ ਸਫਾਈ ਜਿਹੜੀ ਹੋਣੀ ਚਾਹੀਦੀ। ਜਿਹੜਾ ਬੰਦਾ ਆਪ ਹੀ ਕ੍ਰਿਮੀਨਲ ਹੈਗਾ ਉਹ ਕ੍ਰਾਈਮ ਨੂੰ ਕਿਸ ਤਰ੍ਹਾਂ ਰੋਕੇਗਾ। ਔਰ ਦੂਸਰੀ ਗੱਲ ਮੈਂ ਇਹਨੂੰ ਇਸ ਤਰ੍ਹਾਂ ਵੀ ਲੈਣਾ ਕਿ ਐਟਲੀਸਟ ਇਹ ਮੈਸੇਜ ਅਕ੍ਰੋਸ ਦਾ ਕੰਟਰੀ ਅਗਰ ਜਾਂਦਾ ਹੈ ਕਿ ਵੀ ਹੁਣ ਜੇ ਕ੍ਰਿਮੀਨਲ ਬੈਕਗ੍ਰਾਉਂਡ ਹੋਈ ਜਾਂ ਅਗਰ ਐਸੀ ਅਪਰੋਚ ਔਰ ਸੋਚ ਹੋਈ ਔਰ ਐਸਾ ਐਟੀਟਿਊਡ ਅਸੀਂ ਰੱਖ ਕੇ ਚੱਲੇ ਤਾਂ ਸਾਨੂੰ ਇਸ ਦੇਸ਼ ਨੇ ਜਾਂ ਇਸ ਦੇਸ਼ ਦੀ ਜਨਤਾ ਨੇ ਐਕਸੈਪਟ ਨਹੀਂ ਕਰਨਾ। ਤੇ ਮੇਰਾ ਖਿਆਲ ਇਹ ਵੀ ਬਹੁਤ ਵੱਡਾ ਇੱਕ ਮੈਸੇਜ ਹੋਏਗਾ ਸਾਰੇ ਜਣਿਆਂ ਨੂੰ, ਜਾਂ ਸਪੈਸ਼ਲੀ ਜਿਹੜੇ ਪੋਲਿਟਿਕਸ ਵਿੱਚ ਇਨਵੋਲਵਡ ਨੇ। ਜਿਵੇਂ ਦੂਸਰੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਕੋਲੋਂ ਜਿਹੜੀ ਕੋਆਪਰੇਸ਼ਨ ਲੈਣ ਦੀ ਵੀ ਜਿਹੜੀ ਹੈ ਗੱਲ ਨਰਿੰਦਰ ਮੋਦੀ ਨੂੰ ਕਈ ਵਾਰੀ ਉਹਨਾਂ ਨੇ ਕਿਹਾ ਹੈਗਾ, ਜਿਵੇਂ ਮੁਲਾਇਮ ਸਿੰਘ ਯਾਦਵ ਸੀ, ਉਹਨਾਂ ਨੇ ਕਿਹਾ ਹੈਗਾ ਵੀ ਐਵੇਂ ਸੁਪਨੇ ਨਾ ਬਹੁਤੇ ਦੇਖੋ ਜਾਂ ਮਤਲਬ ਹੰਕਾਰ 'ਚ ਨਾ ਆਓ ਜੀ, ਇਹ ਹੋ ਜਾਏਗਾ ਉਹ ਹੋ ਜਾਏਗਾ। ਤੇ ਉਹਨਾਂ ਬੜਾ ਵਧੀਆ ਉਹਨਾਂ ਨੂੰ ਜਵਾਬ ਦਿੱਤਾ ਹੈਗਾ ਕਿ ਸੁਪਨੇ ਵੇਖਣ 'ਚ ਹਰਜ ਕੀ ਹੈਗੀ ਹੈ, ਵੀ ਤੁਹਾਡਾ ਕੋਲ ਵੀ ਆਪਾਂ ਜਿਹੜਾ ਹੈਗਾ ਐਕਸਪੀਰੀਅੰਸ ਜਿਹੜਾ ਹੈਗਾ ਉਹਨੂੰ ਆਪਾਂ ਉਹਦਾ ਬੈਨੀਫਿਟ ਉਠਾਵਾਂਗੇ। ਦੈਟ ਮੀਨਸ ਕਿ ਸਾਰਿਆਂ ਨੂੰ ਡਿਪਲੋਮੇਸੀ ਦੇ ਨਾਲ ਨਾ ਰੱਖਣਾ ਚਾਹ ਰਿਹਾ ਹੈਗਾ। ਹਾਂਜੀ, ਉਹਦੇ 'ਚ ਮੈਂ ਮੋਦੀ ਸਾਹਿਬ ਦੇ ਕਹਿਣ ਦੇ ਵਿੱਚ ਇਸ ਗੱਲ 'ਚ ਬਿਲਕੁਲ ਮੈਂ ਤਰਕ ਦੇਖਦਾ ਹਾਂ, ਕਿਉਂਕਿ ਜਿੰਨਾ ਚਿਰ ਤੱਕ ਤੁਸੀਂ ਸੁਪਨਾ ਨਹੀਂ ਦੇਖਦੇ ਤੁਸੀਂ ਉਹਨੂੰ ਸਾਕਾਰ ਕਰਨ ਦੀ ਪਲੈਨਿੰਗ ਨਹੀਂ ਕਰ ਸਕਦੇ। ਜੇ ਤੁਹਾਡਾ ਕੋਈ ਵਿਜ਼ਨ ਆ, ਜੇ ਕੋਈ ਮਿਸ਼ਨ ਆ, ਤੁਸੀਂ ਉਹਨੂੰ ਸਿਸਟਮੈਟਿਕ ਤਰੀਕੇ ਨਾਲ ਆਪਣੀ ਟੀਮ ਔਰ ਜਿੰਨੀ ਵੱਡੀ ਮੈਂਡੇਟ ਇਹਨਾਂ ਕੋਲ ਹੈਗੀ ਹੈ ਤੇ ਇਹ ਜਿਹੜੇ ਸੁਪਨੇ ਦੇਖ ਰਹੇ ਨੇ ਉਹਨਾਂ ਨੂੰ ਜੇ ਇਹਨਾਂ ਦੀ ਐਕਚੁਅਲ 'ਚ ਨੀਅਤ ਹੋਵੇ ਤਾਂ ਇਹ ਡੈਫੀਨਿਟਲੀ ਅਚੀਵੇਬਲ ਨੇ। ਐਸੀ ਗੱਲ ਨਹੀਂ ਹੈਗੀ ਕਿ ਕੰਮ ਨਹੀਂ ਹੋ ਸਕਦੇ, ਸਿਰਫ ਇਹ ਕਿ ਵਿਲ ਚਾਹੀਦੀ ਸੀਗੀ ਤੇ ਸਪੋਰਟ ਚਾਹੀਦੀ ਸੀਗੀ। ਜੇ 282 ਬੰਦੇ ਟੀਮ ਦੇ ਆਪਣੇ ਬੈਠੇ ਹੋਣ ਤੇ ਫਿਰ ਵੀ ਇਹ ਚੀਜ਼ ਨਹੀਂ ਮਤਲਬ ਸੋਚਣੀ ਜਾਂ ਸੁਪਨਾ ਨਹੀਂ ਦੇਖਣਾ ਤੇ ਕਦੋਂ ਦੇਖਣਾ। ਪਰ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰ੍ਹਾਂ ਮੋਦੀ ਸਾਹਿਬ ਚੱਲ ਰਹੇ ਹੈਗੇ ਨੇ, ਜੇ ਉਹਨਾਂ ਦੀ ਪਾਰਟੀ ਦੇ ਕੁਝ 2-4 ਬੰਦੇ ਜਾਂ 2-4% ਬੰਦੇ ਸਹਿਮਤ ਨਹੀਂ ਵੀ ਹੋਣਗੇ, ਉਹਨਾਂ ਨੂੰ ਵੀ ਚੁੱਪ ਹੀ ਰਹਿਣੇ ਪਏਗਾ ਜਿਸ ਹਿਸਾਬ ਨਾਲ ਐਗਰੈਸਿਵਲੀ ਚੱਲ ਰਹੇ। ਇੱਕ ਹੋਰ ਮੋਦੀ ਸਾਹਿਬ ਨੇ ਬੜਾ ਵਧੀਆ ਇੱਕ ਉਹਨਾਂ ਨੇ ਸਟੈਪ ਚੱਕਿਆ ਹੈਗਾ ਕਿ ਆਪਣੇ ਜਿਹੜੇ ਕੈਬਨਿਟ ਮਿਨਿਸਟਰ ਹੈਗੇ ਨੇ ਉਹਨਾਂ ਨੂੰ ਕਿਹਾ ਕਿ 2 ਮਹੀਨੇ ਦੇ ਵਿੱਚ ਆਪਣੇ ਜਿਹੜੇ ਹੈਗੇ ਨੇ ਤੁਸੀਂ ਐਸੈਟਸ ਦੀ ਲਿਸਟ ਦਿਓ, ਔਰ ਨਾਲ ਦੀ ਨਾਲ ਜਿਹੜਾ ਹੈਗਾ ਜੇ ਤੁਸੀਂ ਕਿਸੇ ਹੋਰ ਕਾਰੋਬਾਰ ਦੇ ਨਾਲ ਜੁੜੇ ਹੋਏ ਤਾਂ ਉਹ ਤੋਂ ਆਪਣਾ ਨਾਤਾ ਤੋੜ ਦਿਓ। ਇਹਦੇ ਕੀ ਭਾਵ ਸਮਝਣੇ ਚਾਹੀਦੇ ਹੈਗੇ? ਇੱਥੇ ਥੋੜਾ ਜਿਹਾ ਮੈਂ ਕਹੂੰਗਾ ਕਿ ਥੋੜਾ ਜਿਹਾ ਓਵਰ ਐਂਬੀਸ਼ੀਅਸ ਅਪਰੋਚ ਹੈਗੀ ਹੈ ਮੋਦੀ ਸਾਹਿਬ ਦੀ, ਕਿਉਂਕਿ ਦੇਖਣ ਵਾਲੀ ਗੱਲ ਤੇ ਇਹ ਹੈਗੀ ਹੈ ਵੀ ਜੇ ਇਹ ਅਗਰ ਇੱਕ ਛਵੀ ਬਣੀ ਸੀਗੀ ਕਿ ਜਿਹੜੇ ਮਿਨਿਸਟਰ ਨੇ ਜਾਂ ਪੀਪਲ ਇਨ ਪਾਵਰ, ਇਹਨਾਂ ਨੇ ਹਮੇਸ਼ਾ ਪਾਵਰ ਨੂੰ ਮਿਸਯੂਜ਼ ਕੀਤਾ ਹੈ ਔਰ ਇਹਨਾਂ ਨੇ ਕਰਪਸ਼ਨ ਦੀ ਇਹ ਜੜ ਨੇ ਤੇ ਕਿਤੇ ਨਾ ਕਿਤੇ ਇਹਨਾਂ ਨੇ ਜਾਇਜ਼ ਨਜਾਇਜ਼ ਪੈਸਾ ਬਣਾਇਆ ਜਾਂ ਪ੍ਰਾਪਰਟੀਆਂ ਬਣਾਈਆਂ ਨੇ। ਜੇ ਉਹ ਸੱਚਾਈ ਸੀਗੀ ਤਾਂ ਹੀ ਲੋਕਾਂ ਦਾ ਮਿਥ ਜਿਹੜਾ ਆ ਉਹ ਰਿਐਲਿਟੀ 'ਚ ਬਣਿਆ, ਦੁਨੀਆ ਨੇ ਯਕੀਨ ਕੀਤਾ ਕਿ ਜੋ ਇਹ ਕਹਿ ਰਹੇ ਨੇ ਉਹ ਵਾਕਈ ਸੱਚ ਹੈ। ਤੇ ਉਸ ਅੱਜ ਸੱਚ ਨੂੰ ਏਡੀ ਜਲਦੀ ਅਗਰ ਆਪਾਂ ਇਹ ਐਕਸਪੈਕਟ ਕਰੀਏ ਕਿ ਇਹ ਸਾਫ਼ ਸ਼ਫਾਫ ਸਾਹਮਣੇ ਆ ਜਾਣਗੇ, ਮੈਂ ਤਾਂ ਐਟਲੀਸਟ ਮੈਂ ਚਾਹਾਂਗਾ ਹੋ ਜਾਏ,
ਪਰ ਪਰ ਇਹ ਵੀ ਤੇ ਗੱਲ ਹੈਗੀ ਹੈ ਨਾ ਵੀ ਜਿਵੇਂ ਜੇ ਆਪਣੇ ਨੇ ਕੈਬਨਿਟ ਮਿਨਿਸਟਰ ਹੈ ਜਿਵੇਂ ਨਰਿੰਦਰ ਮੋਦੀ ਤੇ ਜਿਵੇਂ ਕਹ ਲਓ ਵੀ ਉਹਨਾਂ ਦਾ ਕੋਈ ਬਹੁਤਾ ਵੱਡਾ ਪਰਿਵਾਰ ਨਹੀਂ ਹੈਗਾ, ਨਾ ਉਹਨਾਂ ਦਾ ਕੋਈ ਬਿਜ਼ਨਸ ਕਾਰੋਬਾਰ ਹੈਗਾ, ਉਹਨਾਂ ਦੀ ਮਾਤਾ ਵੀ ਜਿਹੜੀ ਹੈਗੀ ਆ ਇੱਕ ਛੋਟੇ ਜਿਹੇ ਕਮਰੇ ਦੇ ਵਿੱਚ ਰਹਿੰਦੀ ਹੈਗੀ ਆ ਨਾ, ਭਰਾ ਉਹਨਾਂ ਦੇ ਆਪਣੇ ਜਿਹੜੇ ਹੈਗੇ ਰਹਿੰਦੇ ਹੈਗੇ। ਸੋ ਉਹ ਨਰਿੰਦਰ ਮੋਦੀ ਦੇ ਜਿਵੇਂ ਆਪਾਂ ਕਹਿ ਲਈਏ ਪਿਛੜੇ ਛੜਾਂਗੇ ਹੈਗੇ ਨੇ, ਉਹਨਾਂ ਨੂੰ ਨਾ ਕੋਈ ਬਿਜ਼ਨਸ ਉਹਨਾਂ ਕਰਨਾ ਵੀ ਲੋਕ ਭਾਵਨਾ ਸੇਵਾ ਦੇ ਨਾਲ ਜਿਹੜੇ ਹੈਗੇ ਉਹ ਲੱਗੇ ਹੋਏ ਕਾਫੀ ਸਾਲ ਤੋਂ ਲੱਗੇ ਆ ਰਹੇ ਨੇ, ਭਾਵੇਂ ਉਹ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਦੇ ਸੀ ਪਰ ਮਤਲਬ ਲੱਗੇ ਹੋਏ ਆ, ਜਿਸ ਵੀ ਪਾਸੇ ਲੱਗੇ ਹੋਣ ਦੇਸ਼ ਦੀ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੂੰ ਤੇ ਕੋਈ ਲੋੜ ਹੈ ਨਹੀਂ ਪੈਸੇ। ਪਰ ਆਮ ਤੌਰ ਤੇ ਮਿਨਿਸਟਰੀ ਨੂੰ ਤੇ ਇਹੀ ਸਮਝਿਆ ਜਾਂਦਾ ਵੀ ਚਲੋ ਜੀ ਹੁਣ ਆਪਣਾ ਜਿਹੜਾ ਹੈਗਾ ਵੀ ਕੰਮ ਸਿੱਧਾ ਹੋ ਜਾਏਗਾ ਵੀ ਲੋਕੀ ਭਾਵੇਂ ਜਿਹੜਾ ਦੇਸ਼ ਭਾਵੇਂ ਜਿਹੜਾ ਵੀ ਥੱਲੇ ਨੂੰ ਜਾਵੇ ਅਸੀਂ ਉੱਪਰ ਨੂੰ ਜਾਵੇ। ਆਪਾਂ ਵੇਖਿਆ ਵੀ ਹੈ ਕਿ ਜਦੋਂ ਇੱਕ ਇਲੈਕਸ਼ਨ ਤੋਂ ਦੂਸਰੇ ਇਲੈਕਸ਼ਨ 'ਚ ਜਦੋਂ ਐਫੀਡੇਵਿਟ ਉਹ ਆਪਣੇ ਦਿੰਦੇ ਨੇ ਆਪਣੀ ਜਾਇਦਾਦ ਦਾ ਤਾਂ ਉਹ ਕਈ ਗੁਣਾ ਵਧਿਆ ਹੁੰਦਾ ਤਾਂ ਇਸ ਦਾ ਮਤਲਬ ਕਿਤੇ ਨਾ ਕਿਤੇ ਘਾਲਾ ਮਾਲਾ ਹੁੰਦਾ ਸੀ ਤੇ ਉਸ ਨੂੰ ਰੋਕਣ ਵਾਸਤੇ ਸਹੀ ਸਟੈਪ ਤੇ ਹੈ ਹੀ ਹੈ। ਜੇ ਹੁਣ ਮਤਲਬ ਬੰਦਾ ਕਹੇ ਮੈਂ ਆਪਣਾ ਬਿਜ਼ਨਸ ਨਹੀਂ ਛੱਡ ਸਕਦਾ ਤੇ ਉਹਨੇ ਕਿਹਾ ਤੂੰ ਆਪਣਾ ਬਿਜ਼ਨਸ ਸੰਭਾਲ ਲੈ, ਕੈਬਨਿਟ ਮਿਨਿਸਟਰੀ ਛੱਡ ਦੇ। ਹਾਂਜੀ, ਨਹੀਂ ਅਪਰੋਚ ਤਾਂ ਠੀਕ ਹੈ, ਟਾਈਮ ਨਹੀਂ ਦਿੰਦੇ ਹੈਗੇ, ਨਹੀਂ ਅਪਰੋਚ ਤਾਂ ਠੀਕ ਹੈ ਜੀ। ਜੇ ਅੱਜ ਕੋਈ ਬੰਦਾ ਜਿਸ ਮਿਨਿਸਟਰੀ 'ਚ ਬੈਠਾ ਆ, ਅਗਰ ਉਹਦਾ ਕੋਈ ਰਿਲੇਟਿਵ ਜਾਂ ਉਹਦਾ ਕੋਈ ਭਰਾ ਜਾਂ ਭਤੀਜਾ ਅਗਰ ਕਿਸੇ ਉਸ ਟਾਈਪ ਦੇ ਬਿਜ਼ਨਸ ਵਿੱਚ ਹੈਗਾ ਔਰ ਅਗਰ ਉਹ ਬੈਠਾ ਉਹਨਾਂ ਨੂੰ ਹੀ ਫੇਵਰ ਕਰੀ ਜਾਏਗਾ ਤੇ ਡੈਫੀਨਿਟਲੀ ਕਿਤੇ ਨਾ ਕਿਤੇ ਉਹੀ ਗੱਲ ਜਿਹੜੀ ਪਿਛਲੇ ਇੰਨੇ ਸਾਲਾਂ ਤੋਂ ਚੱਲੀ ਆ ਰਹੀ ਹੈ, ਅਗਰ ਉਹੀ ਚੱਲੀ ਜਾਏਗੀ ਤੇ ਫਿਰ ਫਰਕ ਕੀ ਹੋਇਆ। ਜਿਹੜੀਆਂ ਗੱਲਾਂ ਕਾਂਗਰਸ ਵੇਲੇ ਹੋ ਰਹੀਆਂ ਸੀਗੀਆਂ ਉਹੀ ਕੁਝ ਜਿਹੜਾ ਹੈ ਉਹ ਮੋਦੀ ਸਾਹਿਬ ਦੇ ਥੱਲੇ ਹੁਣ ਬੀਜੇਪੀ ਦੇ ਅੰਡਰ ਹੋਣੀਆਂ ਸ਼ੁਰੂ ਹੋ ਜਾਣਗੀਆਂ। ਪਰ ਇੱਕ ਜੱਗੀ ਸਾਹਿਬ ਜਿਵੇਂ ਆਪਾਂ ਦੇਖੀਏ ਕਿ ਜੋ ਉੱਥੇ ਮਾਹੌਲ ਚੱਲ ਰਿਹਾ, ਜਿਸ ਤਰ੍ਹਾਂ ਦੇ ਨਰਿੰਦਰ ਮੋਦੀ ਮਤਲਬ ਕੰਮ ਕਰਨ ਦਾ ਸਟਾਈਲ ਆਪਣਾ ਸ਼ੋਅ ਕਰ ਰਹੇ ਨੇ ਔਰ ਕਲੀਅਰ ਕੱਲ ਪਾਰਲੀਮੈਂਟ ਦੇ ਰਿਕਾਰਡ ਦੇ ਵਿੱਚ ਉਹ ਗੱਲਾਂ ਕੁਝ ਕਰ ਰਹੇ ਹੈਗੇ ਨੇ, ਤੁਹਾਨੂੰ ਲੱਗਦਾ ਨਹੀਂ ਹੈਗਾ ਕਿ ਇਹ ਜਿਹੜਾ ਗੱਲਾਂ ਨਰਿੰਦਰ ਮੋਦੀ ਜਿਹੜੇ ਹੈਗੇ ਕਰਨਾ ਚਾਹ ਰਹੇ ਹੈਗੇ ਨੇ, ਇੱਛਾ ਰੱਖਦੇ ਨੇ, ਜਿਵੇਂ ਕਲੀਨ ਅਪ ਦੀ ਆਪਾਂ ਗੱਲ ਕੀਤੀ ਹੈਗੀ, ਕਰਪਸ਼ਨ ਦੀ ਕਲੀਨ ਅਪ ਦੀ, ਇਹ ਆਮ ਆਦਮੀ ਪਾਰਟੀ ਦਾ ਜਿਹੜਾ ਏਜੰਡਾ ਸੀ ਉਹਨੂੰ ਤੇ ਨਹੀਂ ਇਹਨਾਂ ਨੇ ਕਦੇ ਇੰਪਲੀਮੈਂਟ ਕਰ ਦਿੱਤਾ? ਹਾਂਜੀ, ਨਹੀਂ ਗੱਲਾਂ ਤੇ ਜਦੋਂ ਤੁਸੀਂ ਅਗਰ ਅਰਵਿੰਦ ਕੇਜਰੀਵਾਲ ਜਾਂ ਉਹਨਾਂ ਦੀ ਟੀਮ ਜਾਂ ਉਸ ਤੋਂ ਪਹਿਲਾਂ ਅੰਨਾ ਹਜ਼ਾਰੇ ਦੇ ਬੈਨਰ ਥੱਲੇ ਜਦੋਂ ਇਹ ਸਾਰਾ ਕੁਝ ਸਟਾਰਟ ਹੋਇਆ ਸੀਗਾ, ਬੇਸਿਕਲੀ ਅੰਨਾ ਹਜ਼ਾਰੇ ਐਂਡ ਰੈਸਟ ਆਫ ਦਾ ਟੀਮ ਜਿਹੜੀ ਜਿਹਦੇ 'ਚ ਮੇਰੇ ਖਿਆਲ ਕਿਰਨ ਬੇਦੀ ਜੀ ਦਾ ਬਹੁਤ ਵੱਡਾ ਰੋਲ ਸੀਗਾ, ਉਹ ਲੈ ਕੇ ਤੇ ਇਹੀ ਚੱਲੇ ਸੀਗੇ। ਉਹਨਾਂ ਨੇ ਇਹ ਥੋੜੀ ਕਿਹਾ ਸੀ ਵੀ ਅਸੀਂ ਮਿਨਿਸਟਰੀਆਂ 'ਚ ਆਉਣਾ ਹੈ ਜਾਂ ਪੋਲੀਟਿਕਸ 'ਚ ਆਉਣਾ ਹੈ ਔਰ ਅਸੀਂ ਗੱਦੀਆਂ ਲੈ ਕੇ ਬੈਠਣੀਆਂ ਨੇ। ਉਹਨਾਂ ਦਾ ਮਤਲਬ ਤਾਂ ਇਹੀ ਸੀਗਾ ਵੀ ਜਿਹੜੇ ਗੱਦੀਆਂ ਤੇ ਬੈਠੇ ਨੇ ਉਹ ਆਪਣੀ ਜਿਹੜੀ ਅਪਰੋਚ ਹੈਗੀ ਆ ਕਰਪਸ਼ਨ ਵਾਲੀ ਛੱਡਣ ਔਰ ਦੇਸ਼ ਦਾ ਬਾਰੇ ਸੋਚਣ ਔਰ ਦੇਸ਼ ਦਾ ਸੁਧਾਰ ਕਰਨ। ਤੇ ਬਿਲਕੁਲ ਜੀ, ਅੱਜ ਅਗਰ ਮੋਦੀ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਹੂ ਬਹੂ ਅਗਰ ਆਪਾਂ ਦੇਖੀਏ ਤੇ ਸਿਰਫ ਵਰਡ ਹੇਰ ਫੇਰ ਹੋਏਗੀ, ਵੀ ਵਰਡ ਡਿਫਰੈਂਟ ਹੋਣਗੇ, ਵੀ ਅਰਵਿੰਦ ਕੇਜਰੀਵਾਲ ਨੇ ਕੁਝ ਹੋਰ ਕਿਹਾ ਹੋਏਗਾ ਤੇ ਮੋਦੀ ਸਾਹਿਬ ਦੇ ਵਰਡ ਕੁਝ ਹੋਰ ਨੇ, ਤੇ ਕਿਤੇ ਨਾ ਕਿਤੇ ਗੱਲਾਂ ਤੇ ਅਲਟੀਮੇਟਲੀ ਉਹੀ ਨੇ ਜੋ ਗਰਾਊਂਡ ਰਿਐਲਿਟੀਜ਼ ਅੱਜ ਹੈਗੀਆਂ ਨੇ ਹਿੰਦੁਸਤਾਨ ਦੇ ਵਿੱਚ, ਵੀ ਹਰ ਬੰਦਾ ਜਿਹੜਾ ਉਹ ਕਰਪਸ਼ਨ ਤੋਂ ਪਰੇਸ਼ਾਨ ਹੈ। ਹਰ ਬੰਦਾ ਜਿਹੜਾ ਆ ਉਹ ਸਿਸਟਮ ਦੇ ਵਿੱਚ ਹਾਂਜੀ ਭਾਈ ਭਤੀਜਾਵਾਦ ਤੋਂ ਪਰੇਸ਼ਾਨ ਹੈ। ਸਿਸਟਮ ਦੇ ਵਿੱਚ ਸਲੋ ਜਿਹੜੀ ਪੇਸ ਤੇ ਕੰਮ ਚੱਲਦਾ ਸੀਗਾ, ਕੋਈ ਵੀ ਕੰਮ ਅਗਰ ਕਰਨਾ ਹੈ ਉਹਦੇ ਚੜਚਣਾ ਰੁਕਾਵਟਾਂ ਜਿਹੜੀਆਂ ਬਿਊਰੋਕ੍ਰੇਸੀ ਟਾਈਮ ਬਾਉਂਡ ਤੇ ਕੋਈ ਗੱਲ ਹੈ ਹੀ ਨਹੀਂ ਸੀਗੀ, ਬਿਊਰੋਕ੍ਰੇਸੀ ਵੱਲੋਂ ਵੀ ਅੜਚਣਾ ਪੈਂਦੀਆਂ ਸੀਗੀਆਂ ਤੇ ਉਹ ਚੀਜ਼ਾਂ ਨੂੰ ਅਗਰ ਦੇਖੀਏ ਤੇ ਇਹੀ ਗੱਲਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਲੈ ਕੇ ਚੱਲੀ ਸੀ। ਪਰ ਚਲੋ ਆਪਾਂ ਨੂੰ ਐਚ ਅਗਰ ਹਿੰਦੁਸਤਾਨੀ ਗੱਲ ਕਰੀਏ ਤੇ ਇਸ ਗੱਲ ਦੀ ਜਿਹੜੀ ਹੈਗੀ ਖੁਸ਼ੀ ਹੋਣੀ ਚਾਹੀਦੀ ਹੈਗੀ ਕਿ ਚਲੋ ਕੋਈ ਸਹੀ ਪਾਸੇ ਸਹੀ ਰਸਤੇ ਜਿਹੜਾ ਗੱਡੀ ਪਈ ਦੇ। ਦੇਖੋ ਜੀ, ਪਿਛਲੇ 10 ਸਾਲਾਂ ਦੇ ਵਿੱਚ ਸਾਰਾ ਮੁਲਕ ਇਹ ਗੱਲ ਕਹਿੰਦਾ ਸੀਗਾ ਕਿ ਡਾਕਟਰ ਮਨਮੋਹਨ ਸਿੰਘ ਜੀ ਕੁਝ ਨਹੀਂ ਕਹਿ ਰਹੇ ਜਾਂ ਕੁਝ ਨਹੀਂ ਬੋਲ ਰਹੇ ਜਾਂ ਉਹ ਆਪਣਾ ਦਿਲ ਇਦਾਂ ਖੋਲ ਕੇ ਸਾਹਮਣੇ ਨਹੀਂ ਰੱਖ ਰਹੇ। ਐਟਲੀਸਟ ਫॉर ਅ ਚੇਂਜ ਇੱਕ ਉਹ ਪ੍ਰਧਾਨ ਮੰਤਰੀ ਸਾਹਮਣੇ ਆਇਆ ਜਿਹਨੇ ਐਟਲੀਸਟ ਖੁੱਲ ਕੇ ਗੱਲਾਂ ਕਹੀਆਂ ਨੇ ਵੀ ਇਦਾਂ ਹੋਣਾ ਨਾ ਚਾਹੀਦਾ ਨਾ। ਇਹ ਤੇ ਗੱਲ ਕਹੀ ਜਾ ਰਹੀ ਹੈ ਨਾ ਵੀ ਇਦਾਂ ਹੋਣਾ ਚਾਹੀਦਾ, ਔਰ ਉਹ ਇਹ ਅਗਰ ਚਾਹੀਦਾ ਗੱਲ ਕਹਿ ਰਹੇ ਨੇ ਜਾਂ ਸੁਪਨੇ ਦੇਖ ਰਹੇ ਨੇ ਔਰ ਅਗਰ ਇਹ ਐਫਰਟ ਲਗਾਉਣਗੇ, ਅਗਰ ਸਟੈਪਸ ਚੱਕਣਗੇ ਤੇ ਕਿਤੇ ਨਾ ਕਿਤੇ ਸੁਪਨੇ ਵੱਲ ਨੂੰ ਪਹੁੰਚਣ ਦੀ ਗੱਲ ਕਰਨਗੇ ਤੇ ਕਿਤੇ ਪਹੁੰਚ ਵੀ ਜਾਣਗੇ। ਜਿਵੇਂ ਕਹ ਲਓ ਕਿ ਕਿਸੇ ਮਾਰਗ ਤੇ ਕੋਈ ਜਾਂਦਾ ਹੋਏ ਤੇ ਰੁਕਾਵਟਾਂ ਵੀ ਬਹੁਤ ਆਉਂਦੀਆਂ ਹੈਗੀਆਂ ਇੱਦਾਂ ਹੀ, ਜਿਵੇਂ ਮਤਲਬ ਨਰਿੰਦਰ ਮੋਦੀ ਨੂੰ ਆਪਣੇ ਕੈਬਨਿਟ ਜਿਹੜੇ ਇਹਨਾਂ ਦੇ ਮੈਂਬਰ ਸੀ, ਮਿਨਿਸਟਰ ਸੀ, ਉਹਨਾਂ ਨੂੰ ਲੈ ਕੇ ਵੀ ਜਿਹੜੀਆਂ ਕਈ ਪਰੇਸ਼ਾਨੀਆਂ ਪਹਿਲਾਂ ਵੀ ਸਾਹਮਣੇ ਆਈਆਂ। ਇੱਕ ਨਵੀਂ ਕੰਟਰੋਵਰਸੀ ਸ਼ੁਰੂ ਹੋਈ ਹੈ VK ਸਿੰਘ ਉਹਨਾਂ ਨੂੰ ਲੈ ਕੇ, ਜਿਹੜੇ ਕਿ ਆਰਮੀ ਦੇ ਰਿਟਾਇਰਡ ਜਰਨਲ ਸੀ, ਉਹ ਮਤਲਬ ਇਲੈਕਸ਼ਨ ਲੜੇ, ਉਹ ਜਿੱਤ ਕੇ ਆਏ, ਉਹਨਾਂ ਨੂੰ ਜਿਹੜਾ ਪਹਿਲੀ ਵਾਰੀ ਉਹਨਾਂ ਨੇ ਮਿਨਿਸਟਰ ਵੀ ਬਣਾਇਆ। ਉਹਦੇ ਅਸਤੀਫੇ ਦੀ ਜਿਹੜੀ ਹੈਗੀ ਆਪੋਜੀਸ਼ਨ ਮੰਗ ਕਰਨ ਲੱਗ ਪਈ ਕਿ ਉਹਦੇ ਪਿੱਛੇ ਕੀ ਕਹਾਣੀ, ਉਹਦੇ ਬਾਰੇ ਚਾਨਣਾ ਪਾਓ। ਸਤਿੰਦਰ ਭਾਜੀ, ਜਨਰਲ VK ਸਿੰਘ ਚੀਫ ਆਫ ਆਰਮੀ ਸਟਾਫ ਹੋ ਕੇ ਰਿਟਾਇਰ ਹੋਏ ਨੇ ਔਰ ਜੋ ਉਹਨਾਂ ਦਾ ਹੁਣ ਤੱਕ ਦਾ ਟਰੈਕ ਰੈਕਡ ਸੀਗਾ, ਜਦੋਂ ਚੀਫ ਆਫ ਆਰਮੀ ਸਟਾਫ ਬਣੇ, ਜੋ ਉਹਨਾਂ ਨੇ ਆਪਣਾ ਬਿਹੇਵੀਅਰ ਸ਼ੋਅ ਕੀਤਾ ਸੀਗਾ, ਜੋ ਆਪਣੀ ਕਾਰਗੁਜ਼ਾਰੀਆਂ ਸ਼ੋਅ ਕੀਤੀਆਂ ਸੀਗੀਆਂ, ਤੇ ਮੈਨੂੰ ਇਸ ਜਿਹੜੀ ਪ੍ਰੈਜ਼ੈਂਟ ਕੰਟਰੋਵਰਸੀ ਹੈ ਇਹਦੇ ਤੋਂ ਹੈਰਾਨਗੀ ਨਹੀਂ ਹੋਈ ਕਿਉਂਕਿ ਇਹੀ ਕੁਝ ਉਹਨਾਂ ਨੇ ਐਸ ਚੀਫ ਆਫ ਆਰਮੀ ਸਟਾਫ ਬਣ ਕੇ ਕੀਤਾ ਸੀਗਾ। ਇਹ
ਉਹੀ ਜਨਰਲ ਸਾਹਿਬ ਨੇ ਜਦੋਂ ਇਹਨਾਂ ਦੇ ਵੇਲੇ ਸਿਲੈਕਸ਼ਨ ਹੋਣੀ ਸੀਗੀ ਤੇ ਆਪਣੀ ਏਜ ਵੱਡੀ ਐਕਸੈਪਟ ਕਰ ਲਈ ਇਹਨਾਂ ਨੇ। ਇਹਨੇ 2 ਜਨਮ ਤਿਥੀਆਂ ਦੀ ਗੱਲ ਸਾਹਮਣੇ ਆ ਰਹੀ ਸੀਗੀ। ਉਹਦੇ ਪਿੱਛੇ ਰੀਜ਼ਨ ਸੀਗਾ ਕਿ ਸਿਲੈਕਸ਼ਨ ਕਮੇਟੀ ਜਦੋਂ ਬੈਠਦੀ ਹੈ ਉਹ ਇਹ ਦੇਖਦੀ ਹੈ ਵੀ ਕਿਹੜਾ ਆਫੀਸਰ ਦੀਆਂ ਕੀ ਅਚੀਵਮੈਂਟਸ ਨੇ, ਔਰ ਉਸ ਤੋਂ ਬਾਅਦ ਇੱਕ ਏਜ ਬਹੁਤ ਵੱਡਾ ਫੈਕਟਰ ਹੁੰਦਾ। ਉਹ ਇਹ ਦੇਖਦੇ ਨੇ ਵੀ ਇਹ ਬੰਦਾ ਜਿਹੜਾ ਆ ਦੂਜੇ ਨਾਲੋਂ ਏਜ 'ਚ ਸੀਨੀਅਰ ਹੈ ਤਾਂ ਉਹ ਸੀਨੀਅਰਿਟੀ ਦੀ ਰਿਸਪੈਕਟ ਕੀਤੀ ਜਾਂਦੀ ਹੈ। ਉਸ ਰਿਸਪੈਕਟ ਦੇ ਤਹਿਤ ਇਹਨਾਂ ਨੂੰ ਉਦੋਂ ਦੀ ਸਰਕਾਰ ਨੇ, ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੇ ਇਹਨਾਂ ਨੂੰ ਚੀਫ ਆਫ ਆਰਮੀ ਸਟਾਫ ਬਣਾਇਆ। ਹੁਣ ਚੀਫ ਆਫ ਆਰਮੀ ਸਟਾਫ ਬਣ ਗਏ, ਸਾਲ 1.5 ਸਾਲ ਹੋ ਗਿਆ ਜਦੋਂ ਇਹਨਾਂ ਦੀ ਰਿਟਾਇਰਮੈਂਟ ਦੀਆਂ ਗੱਲਾਂ ਆਈਆਂ, ਇਹਨਾਂ ਨੇ ਉਹੀ ਆਰਮੀ ਚੀਫ ਨੇ ਆਪਣੀ ਹੀ ਏਜ ਨੂੰ ਕੰਟਰਾਡਿਕਟ ਕਰਤਾ ਕਿ ਨਹੀਂ ਜੀ ਮੈਂ ਨਾ ਜੀ ਪ੍ਰੀਵੀਅਸ ਆਫੀਸਰ ਦੇ ਪ੍ਰੈਸ਼ਰ ਹੇਠ ਮੈਂ ਇਹ ਏਜ ਐਕਸੈਪਟ ਕੀਤੀ ਸੀ, ਇਹ ਐਕਚੁਅਲ 'ਚ ਮੇਰੀ ਏਜ ਇਹ ਨਹੀਂ ਹੈ, ਮੇਰੀ ਏਜ 1 ਸਾਲ ਛੋਟੀ ਹੈ ਤੇ ਮੈਨੂੰ ਉਸ ਏਜ ਦਾ ਸਮਝ ਕੇ ਮੈਨੂੰ 1 ਸਾਲ ਦੀ ਐਕਸਟੈਂਸ਼ਨ ਜਿਹੜੀ ਦਿੱਤੀ ਜਾਵੇ। ਜਿੰਨਾ ਚਿਰ ਮੈਨੂੰ ਹੋ ਗਿਆ ਜੀ ਪੋਲਿਟਿਕਸ ਨੂੰ ਦੇਖਦਿਆਂ ਜਾਂ ਇੰਡੀਅਨ ਆਰਮੀ ਦੇ ਨਾਲ ਉਹਨਾਂ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਦੇਖਦਿਆਂ ਹੋਇਆਂ, ਮੈਂ ਇੰਨੀ ਕੰਟਰੀਵਰਸ਼ਲ ਪਰਸਨੈਲਿਟੀ ਬੀਇੰਗ ਆਰਮੀ ਚੀਫ ਮੈਂ ਨਹੀਂ ਦੇਖੀ। ਔਰ ਇਹਨਾਂ ਨੂੰ ਸ਼ੋਭਾ ਹੀ ਨਹੀਂ ਦਿੰਦਾ ਇੱਕ ਆਰਮੀ ਚੀਫ ਦੇ ਚੇਅਰ ਤੇ ਬਹਿ ਕੇ ਇਹਨਾਂ ਕੰਟਰੀਵਰਸੀ 'ਚ ਇਨਵੋਲਵ ਹੋਣ ਦਾ। ਪਰ ਇਹ ਉਦੋਂ ਵੀ ਹੋਏ, ਇਹਨਾਂ ਨੂੰ ਸੁਪਰੀਮ ਕੋਰਟ ਨੇ ਵੀ ਸਨੱਬ ਕੀਤਾ ਔਰ ਉਦੋਂ ਦੀ ਸਰਕਾਰ ਨੇ ਮੈਂ ਕਹੂੰਗਾ ਜੀ ਬੜੀ ਡੀਸੈਂਸੀ ਦਿਖਾਈ ਕਿ ਇਸ ਅਗਲੀ ਸਿਚੁਏਸ਼ਨ 'ਚ ਨਿਕਲਣ ਦੇ ਵਿੱਚ ਬਹੁਤ ਜ਼ਿਆਦਾ ਬਿਆਨਬਾਜ਼ੀ ਨਹੀਂ ਕੀਤੀ ਔਰ ਆਰਾਮ ਤਲਬੀ ਨਾਲ ਜਿਹੜਾ ਇੱਕ ਰਸਤਾ ਬਣ ਸਕਦਾ ਸੀਗਾ ਰਸਤਾ ਕੱਢ ਕੇ ਤੇ ਇਸ ਚੀਜ਼ ਨੂੰ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਾਂਗੇ ਲੇਟ ਟੂ ਰੈਸਟ। ਬਟ ਜਨਰਲ ਸਾਹਿਬ ਜਿਹੜੇ ਨੇ ਉਹ ਆਪਣੇ ਕਰੈਕਟਰ ਤੋਂ ਹਟੇ ਨਹੀਂ। ਉਹਨਾਂ ਨੇ ਹੁਣ ਇੱਕ ਆਰਮੀ ਚੀਫ ਜਿਹਨੇ ਅਗਲੇ ਮਹੀਨੇ ਟੇਕ ਓਵਰ ਕਰਨਾ ਹੈ, ਉਹਨੂੰ ਇਹਨਾਂ ਨੇ ਆਪਣੇ ਟੈਨਿਓਰ ਦੇ ਵਿੱਚ ਉਹਦੇ ਤੇ ਐਲੀਗੇਸ਼ਨਸ ਲਾਈਆਂ ਔਰ ਇਨਕੁਆਇਰੀ ਬਿਠਾਈ। ਉਸ ਇੰਟਰਨਲ ਇਨਕੁਆਇਰੀ ਦੇ ਵਿੱਚੋਂ ਜਨਰਲ ਦਿਲਬਾਗ ਸਿੰਘ ਸੁਹਾਗ ਜਿਹੜੇ ਹੁਣ ਆਰਮੀ ਚੀਫ ਜਿਹੜੇ ਨੇ ਅਨਾਉਂਸ ਹੋਏ ਨੇ ਵੀ ਉਹਨਾਂ ਨੇ ਟੇਕ ਓਵਰ ਕਰਨਾ ਹੈ, ਉਹ ਬਿਲਕੁਲ ਕਲੀਨ ਰੈਕਡ ਦੇ ਨਾਲ ਨਿਕਲ ਆਏ। ਇਸ ਦੇ ਬਾਵਜੂਦ ਹੁਣ ਇਹਨਾਂ ਨੇ ਨਵੀਂ ਕੰਟਰੀਵਰਸੀ ਖੜੀ ਕਰ ਦਿੱਤੀ ਹੈ ਜੀ ਕਿ ਉਹਨਾਂ ਨੇ ਕਿਸੇ ਇੱਕ ਯੂਨਿਟ ਨੂੰ ਜਿਹੜੀ ਕਿ ਇਨੋਸੈਂਟ ਲੋਕਾਂ ਨੂੰ ਮਾਰ ਰਹੀ ਸੀਗੀ ਔਰ ਡਕੈਟੀਜ਼ ਕਰ ਰਹੀਆਂ ਸੀਗੀਆਂ, ਉਹਨਾਂ ਨੂੰ ਕਵਰ ਕੀਤਾ ਆ। ਮੈਨੂੰ ਤਾਂ ਇਹਨਾਂ ਦੀ ਦਿਮਾਗ ਦੀ ਸੋਚ ਤੋਂ ਹੈਰਾਨਗੀ ਆ ਕਿ ਇੱਕ ਇੰਨੀ ਇੰਪੋਰਟੈਂਟ ਚੇਅਰ ਤੇ ਬੈਠ ਕੇ, ਜਦ ਕਿ ਵਰਲਡ ਓਵਰ ਇਹ ਸਿਚੁਏਸ਼ਨ ਚੱਲੀ ਹੈ ਕਿ ਈਵਨ ਪਿੱਛੇ ਅੱਜ ਤੋਂ 2 ਸਾਲ 3 ਸਾਲ ਪਹਿਲਾਂ ਇਹ ਰੌਲਾ ਪਿਆ ਸੀਗਾ ਕਿ ਕੈਨੇਡੀਅਨ ਗਵਰਨਮੈਂਟ ਨੇ, ਕੈਨੇਡੀਅਨ ਐਮਬੈਸੀ ਨੇ ਸਾਡੇ ਸੀਨੀਅਰ 에ਅਰਫੋਰਸ ਆਫੀਸਰਸ ਨੂੰ ਔਰ ਆਰਮੀ ਬੈਕਗ੍ਰਾਉਂਡ ਵਾਲੇ ਬੰਦਿਆਂ ਨੂੰ ਵੀਜ਼ੇ ਦੇਣੇ ਬੰਦ ਕਰਤੇ ਸੀਗੇ ਵੀ ਇਹ ਉਹ ਆਰਮੀ ਆ ਜਿਹੜੀ ਇਹੋ ਜਿਹੇ ਕੰਮਾਂ 'ਚ ਇਨਵੋਲਵ ਰਹੀ ਆ ਜਾਂ ਹੈਗੀ ਆ। ਇੱਕ ਐਕਸ ਆਰਮੀ ਚੀਫ ਅਗਰ ਉੱਠ ਕੇ ਇਹ ਸਟੇਟਮੈਂਟ ਦਿੰਦਾ ਹੈ ਜਿਹੜੀ ਕਿ ਇਹਨੂੰ ਹੁਣ ਆਰਮੀ 'ਚੋਂ ਬਾਹਰ ਬੈਠ ਕੇ ਸ਼ੋਭਾ ਨਹੀਂ ਦਿੰਦੀ, ਮੇਰਾ ਨਹੀਂ ਖਿਆਲ ਵੀ ਇਹਨੂੰ ਕਿਸੇ ਵੀ ਪੈਮਾਨੇ ਤੇ ਸਿਆਣਪ ਕਹੀ ਜਾ ਸਕਦੀ। ਉਹਦੇ 'ਚ ਜਿਹੜੀ ਇਨਕੁਆਇਰੀ ਵੀ ਹੋਈ ਹੈ ਉਹਦੇ 'ਚ ਵੀ ਇਹ ਸਾਹਮਣੇ ਗੱਲ ਆਈ ਹੈ ਵੀ ਇਹ ਨਜਾਇਜ਼ ਹੀ ਇਹਨੇ ਦੋਸ਼ ਲਾਏ ਸੀ। ਬਿਲਕੁਲ ਜੀ, ਉਹਨਾਂ ਨੇ ਤਾਂ ਇੱਥੇ ਤੱਕ ਸਟਰੋਂਗ ਵਰਡ ਯੂਜ਼ ਕੀਤਾ ਜੀ ਕਿ ਇਹ ਪਲਾਨਡ ਕਰਕੇ ਇਹ ਤੇ ਐਲੀਗੇਸ਼ਨ ਲੱਗੇ ਸੀ। ਤੇ ਜੇ ਇੰਨੀ ਸਟਰੋਂਗ ਵਰਡਿੰਗ ਦੇ ਬਾਅਦ ਵੀ ਅਗਰ ਜਨਰਲ ਵੀਕੇ ਸਿੰਘ ਆਪਣੀ ਸਟੇਟਮੈਂਟ ਬਾਜੀ ਤੋਂ ਬਾਜ ਨਹੀਂ ਆ ਰਹੇ, ਇੰਨੇ ਸੀਨੀਅਰ ਆਫੀਸਰ ਹੋਣ ਦੇ ਬਾਵਜੂਦ, ਅੱਜ ਵੀ ਉਹਨੇ ਬਿਆਨ ਇਹੋ ਹੀ ਦਿੱਤਾ ਹੈਗਾ ਕਿ ਜਿਹੜਾ ਹੈਗਾ ਵੀ ਜੋ ਹੁਣ ਉਹਨੂੰ ਕਿਹਾ ਵੀ ਤੂੰ ਉਹਦੇ ਜਿਹੜੀ ਇਹ ਪ੍ਰਮੋਸ਼ਨ ਰੋਕੀ ਸੀ ਜਨਰਲ ਸੁਹਾਗ ਦੀ, ਤੇ ਉਹ ਕਹਿੰਦਾ ਵੀ ਜਿਹੜਾ ਕ੍ਰਿਮੀਨਲ ਬੰਦਾ ਹੈਗਾ ਤੇ ਉਹਨੂੰ ਆਪਾਂ ਉਹਦੀ ਉਹ ਕੀ ਕਰੋਗੇ ਤੁਸੀਂ ਉਹਨੂੰ, ਹਨਾ। ਤੇ ਦੈਟ ਮੀਨਸ ਕਿ ਹੁਣ ਜਾਂ ਤੇ ਸੁਹਾਗ ਗਲਤ ਹੈਗਾ, ਉਹਨੂੰ ਆਰਮੀ ਚੀਫ ਨਹੀਂ ਬਣਾਉਣਾ ਚਾਹੀਦਾ, ਜਾਂ ਵੀਕੇ ਸਿੰਘ ਗਲਤ ਹੈਗਾ, ਇਹਨੂੰ ਹੁਣ ਕੈਬਨਿਟ ਤੋਂ ਅਸਤੀਫਾ ਦੇਣਾ ਚਾਹੀਦਾ। ਤੇ ਬੀਜੇਪੀ ਵਾਸਤੇ ਪ੍ਰੋਬਲਮ ਖੜੀ ਕਰ ਦਿੱਤੀ, ਬਿਲਕੁਲ ਕਦੀ ਕਰ ਦਿੱਤੀ ਜੀ। ਪਰ ਜਿਹੜੇ ਅਰੁਣ ਜੇਟਲੀ ਹੈਗੇ ਨੇ ਡਿਫੈਂਸ ਮਿਨਿਸਟਰੀ ਸੰਭਾਲ ਰਹੇ ਨੇ ਅੱਜ ਦੀ ਡੇਟ 'ਚ, ਉਹ ਇਹ ਕਹਿੰਦੇ ਨੇ ਕਿ ਨਹੀਂ ਸੁਹਾਗ ਤੇ ਜਨਰਲ ਰਹੇਗਾ। ਵੀਕੇ ਸਿੰਘ ਦਾ ਕੀ ਇਲਾਜ ਕਰਨਗੇ? ਮੇਰਾ ਖਿਆਲ ਜੀ ਇਸ ਤੋਂ ਵੱਡਾ ਮੈਸੇਜ, ਸਟਰੋਂਗ ਵਰਡਡ ਮੈਸੇਜ ਨਹੀਂ ਹੋ ਸਕਦਾ ਜਿੰਨਾ ਵੱਡਾ ਮੈਸੇਜ ਜੇਟਲੀ ਸਾਹਿਬ ਨੇ ਪਾਰਲੀਮੈਂਟ 'ਚ ਉਹਨਾਂ ਨੂੰ ਦਿੱਤਾ ਹੈ। ਜੇ ਉਹਨਾਂ ਨੂੰ ਥੋੜੀ ਬਹੁਤੀ ਵੀ ਸਿਆਣਪ ਉਹਨਾਂ ਕੋਲ ਅਗਰ ਬਚੀ ਹੈ ਤੇ ਮੇਰਾ ਖਿਆਲ ਉਹ ਇਸ ਚੀਜ਼ ਨੂੰ ਸਮਝਣਗੇ ਔਰ ਮੈਸੇਜ ਲੈਣਗੇ ਕਿ ਮੈਂ ਅਗਰ ਇਸ ਪਾਰਟੀ ਦਾ ਹੁਣ ਪਾਰਟ ਆ, ਮੈਂ ਘੱਟ ਤੋਂ ਘੱਟ ਇਸ ਪਾਰਟੀ ਦਾ ਜਲੂਸ ਨਾ ਕੱਢਾਂ। ਅਗਰ ਇਹ ਵਧੀਆ ਮੈਂਡੇਟ ਨਾ ਆਏ ਨੇ, ਇਹਨਾਂ ਨੂੰ ਚਾਹੀਦਾ ਆ, ਇਹਨਾਂ ਨੂੰ ਵੀ ਵਧੀਆ ਅਸਾਈਨਮੈਂਟ ਮਿਲੀ ਹੋਈ ਹੈ, ਨਾਰਥ ਈਸਟ ਦੇ ਡਿਵੈਲਪਮੈਂਟ ਹੈੱਡ ਨੇ, ਇੰਡੀਪੈਂਡੈਂਟ ਇਹਨਾਂ ਨੂੰ ਮਿਨਿਸਟਰੀ ਮਿਲੀ ਆ, ਇਹਨਾਂ ਨੂੰ ਉੱਥੇ ਫੋਕਸ ਕਰਨਾ ਚਾਹੀਦਾ ਰਾਦਰ ਦੈਨ ਕਿ ਇੱਕ ਆਰਮੀ ਦਾ ਜਿਹੜਾ ਚੀਫ ਉਹਨੇ ਗਾਂ ਆਪਣੀ ਟੈਨਿਓਰ ਦੇ ਵਿੱਚ ਆਰਮੀ ਨੂੰ ਹੈੱਡ ਕਰਨਾ
ਤੇ ਤੁਸੀਂ ਉਹਦੇ ਤੇ ਅਟੈਕ ਇਹੋ ਜਿਹੇ ਲਾਂਚ ਕਰਕੇ ਤੇ ਤੁਸੀਂ ਹਾਸਲ ਕੁਝ ਨਹੀਂ ਹੋਣਾ। ਇਹੀ ਜੇਟਲੀ ਸਾਹਿਬ ਨੇ ਮੈਸੇਜ ਦਿੱਤਾ ਹੈ ਕਿ ਭਾਈ ਇਹਦੀ ਪ੍ਰਮੋਸ਼ਨ ਇਦਾਂ ਹੀ ਰਹਿਣੀ ਹੈ ਤੇ ਹੁਣ ਦੱਸੋ ਕਿਉਂਕਿ ਹਿੰਦੁਸਤਾਨ ਦਾ ਇਹ ਜਿਹੜਾ ਹੈਗਾ ਕਿ ਰੈਕੋਰਡ ਵੀ ਰਿਹਾ ਹੈਗਾ ਕਿ ਜਿਹੜੇ ਆਰਮੀ ਦੇ ਜਿੰਨੇ ਵੀ ਅਹੁਦੇ ਹੁੰਦੇ ਨੇ ਜਾਂ ਉਹਦੇ ਕੋਈ ਬਹੁਤੀ ਪੋਲਿਟਿਕਸ ਦਾ ਜਿਹੜਾ ਹੈਗਾ ਬਹੁਤੀ ਉਹਦੇ ਤੇ ਗੁੰਜਾਇਸ਼ ਰਹਿੰਦੀ ਨਹੀਂ। ਅੰਦਰ ਖਾਤੇ ਤੇ ਜ਼ਰੂਰ ਕੋਈ ਨਾ ਕੋਈ ਹੁੰਦਾ ਹੋਏਗਾ, ਪਰ ਬਾਹਰਲੀ ਤੌਰ ਤੇ ਜਿਹੜਾ ਹੈਗਾ ਵੀ ਕੋਈ ਵੀ ਇਹਦੇ ਤੇ ਪੋਲਿਟਿਕਸ ਕਰਕੇ ਕੋਈ ਖੁਸ਼ ਨਹੀਂ ਭਾਜੀ। ਮੈਂ ਤਾਂ ਇਹ ਗੱਲ ਕਹੂੰਗਾ ਕਿ ਤੁਸੀਂ ਇੰਡੀਅਨ ਇੰਡੀਪੈਂਡੈਂਸ ਤੋਂ ਬਾਅਦ ਬੜੇ ਐਸੇ ਕਾਬਲ ਲੋਕ ਆਰਮੀ ਚੀਫ ਬਣ ਕੇ ਉਹਨਾਂ ਨੇ ਆਪਣੇ ਟੈਨਿਓਰ ਬੜੇ ਹੀ ਵਧੀਆ ਤਰੀਕੇ ਨਾਲ ਭੁਗਤਾਏ। ਕਈ ਐਸੇ ਕਾਬਲ ਆਫੀਸਰ ਸੀਗੇ ਜਿਹੜੇ ਵੇਰੀਅਸ ਰੀਜ਼ਨਸ ਕਰਕੇ ਉਹ ਬਿਹਾਈਂਡ ਦਾ ਸੀਨ ਕੋਈ ਵੀ ਰੀਜ਼ਨ ਹੋਣ ਪਰ ਉਹ ਸੀਨੀਅਰ ਹੋਣ ਦੇ ਬਾਵਜੂਦ ਆਰਮੀ ਚੀਫ ਨਹੀਂ ਬਣੇ। ਪਰ ਕਿਸੇ ਬੰਦੇ ਨੇ ਵੀ ਬਾਹਰ ਜਾ ਕੇ ਆਫਟਰ ਰਿਟਾਇਰਮੈਂਟ ਇੰਨਾ ਗੰਦ ਨਹੀਂ ਪਾਇਆ ਜਿੰਨਾ ਜਨਰਲ ਵੀਕੇ ਸਿੰਘ ਨੇ ਪਾਤਾ। ਇਹ ਜਿਹੜਾ ਵੀਕੇ ਸਿੰਘ ਦਾ ਜਿਹੜਾ ਬਿਆਨ ਹੈਗਾ ਕੰਟਰੋਵਰਸ਼ੀਅਲ ਜਿਹੜਾ ਇਹ ਪਹਿਲੀ ਵਾਰੀ ਨਹੀਂ ਹੋਇਆ, ਇਹਨੇ ਜੰਮੂ ਐਂਡ ਕਸ਼ਮੀਰ ਦੇ ਉੱਤੇ ਵੀ ਦਿੱਤਾ ਹੀ ਉੱਤੇ ਪੋਲੀਟੀਸ਼ੀਅਨਸ ਨੂੰ ਬਿਲਕੁਲ ਜੀ। ਮੈਂ ਉਹੀ ਗੱਲ ਕਹਿ ਰਿਹਾ ਜੀ ਕਿ ਇਹਨਾਂ ਮੈਨੂੰ ਹੈਰਾਨਗੀ ਨਹੀਂ ਹੋਈ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਜੀ, ਮੈਨੂੰ ਤਾਂ ਬਿਲਕੁਲ ਹੈਰਾਨਗੀ ਨਹੀਂ ਹੋਈ ਕਿਉਂਕਿ ਇਹੀ ਇਹਨਾਂ ਦਾ ਕਰੈਕਟਰ ਰਿਹਾ। ਪਰ ਬੀਜੇਪੀ ਵਾਸਤੇ ਪ੍ਰੋਬਲਮ ਪਰ ਇਹਨਾਂ ਨੇ ਆਪਣੀ ਹੀ ਪਾਰਟੀ ਵਾਸਤੇ ਡੈਫੀਨਿਟਲੀ ਇੱਕ ਕੰਪੈਰੀਸਿੰਗ ਸਿਚੁਏਸ਼ਨ ਬਣਾ ਦਿੱਤੀ ਹੈਗੀ। ਉਹਦੇ ਵਿੱਚ ਹੁਣ ਕਿਸ ਤਰ੍ਹਾਂ ਨਿਕਲਦੇ ਮੈਨੂੰ ਲੱਗਦਾ 2-4 ਦਿਨਾਂ ਦੇ ਵਿੱਚ ਜਿਹੜੀ ਹੈਗੀ ਹੈ ਇਹ ਵੀ ਗੱਲ ਜਿਹੜੀ ਹੈ ਉਹ ਸਪਸ਼ਟ ਹੋ ਜਾਏਗੀ। ਅਜੇ ਆਪਾਂ ਪੰਜਾਬ ਦੀ ਗੱਲ ਕਰੀਏ, ਹੁਣ ਪੰਜਾਬ ਦੇ ਵਿੱਚ ਵੀ ਕੈਬਨਿਟ ਜਿਹੜੀ ਹੈਗੀ ਉਹ ਰੀਸ਼ਫਲ ਹੋਈ ਹੈਗੀ ਹੈ। 3 ਨਵੇਂ ਮਿਨਿਸਟਰ ਜਿਹੜੇ ਹੈਗੇ ਨੇ ਉਹਨਾਂ ਨੇ ਐਡ ਕੀਤੇ ਨੇ ਤੇ ਉਹਦਾ ਜਿਹੜੇ ਪੋਰਟਫੋਲੀਓ ਸੀ ਉਹਦੇ ਵਿੱਚ ਵੀ ਜਿਹੜੀ ਹੈਗੀ ਆ ਰੀਸ਼ਫਲ ਕੀਤੀ ਹੈਗੀ। ਇਹ ਕੀ ਮੈਨੇ ਰਖਾਂਦੀ ਹੈਗੀ ਤੁਹਾਡੇ ਸਾਹਮਣੇ ਐਕਸਪੈਂਸ਼ਨ? ਜੀ ਸਾਡੇ ਸਭ ਤੋਂ ਪਹਿਲਾਂ ਤਾਂ NRIs ਵਾਸਤੇ ਜਿਹੜੀ ਇੱਕ ਸਭ ਤੋਂ ਵੱਡੀ ਵੈਲਕਮ ਚੇਂਜ ਮੈਂ ਕਹੂੰਗਾ ਇਹਨਾਂ ਨੇ ਕੀਤੀ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਇੰਚਾਰਜ ਸੀਗੇ ਇਸ NRI ਡਿਪਾਰਟਮੈਂਟ ਦੇ ਤੇ ਉਹਨਾਂ ਨੂੰ ਉਹ ਤੋਂ ਹਟਾ ਕੇ ਤੇ ਉਹਨਾਂ ਨੇ ਇੱਕ ਬੜਾ ਹੀ ਸੀਨੀਅਰ ਔਰ ਮੈਚੁਰਡ ਬੰਦਾ ਤੋਤਾ ਸਿੰਘ ਉਹਨਾਂ ਨੂੰ ਬੜੇ ਆਈ ਵਿਲ ਸੇ ਹੰਬਲ ਤੇ ਵਧੀਆ ਇਨਸਾਨ ਹੈਗੇ ਨੇ, ਵਧੀਆ ਟਰੈਕ ਰਿਕਾਰਡ ਵਾਲੇ ਹੈਗੇ ਨੇ, ਉਹਨਾਂ ਨੂੰ ਲਗਾਇਆ। ਤੇ ਮੈਂ ਤਾਂ ਇਹ ਕੋਸ਼ਿਸ਼ ਜਿਹੜੀ ਬਾਦਲ ਸਾਹਿਬ ਨੇ ਕੀਤੀ ਹੈ ਉਹਨੂੰ ਕਹਾਂਗਾ ਕਿ ਵਧਾਈ ਹੈ ਤੁਹਾਨੂੰ ਵੀ ਤੁਸੀਂ ਇਹਨਾਂ ਗੱਲਾਂ ਤੇ ਸੋਚ ਰਹੇ ਹੋ ਔਰ ਮੈਂ ਕਿਤੇ ਨਾ ਕਿਤੇ ਇਲੈਕਸ਼ਨ ਤੋਂ ਪੰਜਾਬ ਦੇ ਹਾਂਜੀ ਜੋ ਤੁਸੀਂ ਐਨਾਲਿਸਿਸ ਕੀਤਾ ਹੈ ਉਸ ਤੋਂ ਬਾਅਦ ਤੁਸੀਂ ਕੋਈ ਕੰਕਰੀਟ ਸਟੈਪ ਚੱਕ ਰਹੇ ਹੋ। ਤੇ ਜਿਵੇਂ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਜਿਹੜਾ ਐਜੂਕੇਸ਼ਨ ਮਿਨਿਸਟਰ ਬਣਾਤਾ, ਪਹਿਲਾਂ ਸਿਕੰਦਰ ਸਿੰਘ ਮਲੂਕਾ ਸੀ ਐਜੂਕੇਸ਼ਨ ਮਿਨਿਸਟਰ ਸੀ ਤੇ ਉਹਨਾਂ ਦਾ ਉਹ ਪੋਰਟਫੋਲੀਓ ਜਿਹੜਾ ਹੈਗਾ ਉਹਨਾਂ ਨੇ ਚੇਂਜ ਕਰ ਦਿੱਤਾ। ਇਹ ਵੀ ਕੋਈ ਮੈਨੇ ਰਖਾਂਦਾ ਵੀ ਕਿਸੇ ਜਿਵੇਂ ਪਹਿਲਾਂ ਆ ਰਹੇ ਸੀ ਮਲੂਕਾ ਸਿੰਘ ਤੇ ਆਪਣੇ ਸਿਕੰਦਰ ਸਿੰਘ ਮਲੂਕਾ ਜਿਹੜੇ ਹੈਗੇ ਨੇ ਉਹਦੇ ਆਪ ਹੀ 10 ਪੜ੍ਹੇ ਨੇ, ਤੁਹਾਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਤੇ ਉਸ ਛਵੀ ਨੂੰ ਚੇਂਜ ਕਰਨ ਵਾਸਤੇ ਡਾਕਟਰ ਦਲਜੀਤ ਸਿੰਘ ਚੀਮਾ ਜਿਹੜੇ ਕਿ ਡਾਕਟਰ ਹੈਗੇ ਨੇ ਉਹਨਾਂ ਨੂੰ ਮਿਨਿਸਟਰ ਬਣਾਇਆ ਗਿਆ। ਹਾਂਜੀ ਉਹ ਵੀ ਹੈਗਾ ਜੀ। ਤੇ ਦੂਸਰਾ ਇਹ ਹੈਗਾ ਕਿ ਬੜੀ ਦੇਰ ਦੇ ਵਨ ਆਫ ਦਾ ਮੋਸਟ ਕੰਟਰੀਵਰਸ਼ਲ ਮਿਨਿਸਟਰ ਵੀ ਰਹੇ ਨੇ। ਇਹ ਵੀ ਹੈਗਾ ਕਿ ਇੱਕ ਐਜੂਕੇਟਡ ਬੰਦਾ ਉਹਨਾਂ ਨੇ ਹੈੱਡ ਬਣਾਤਾ, ਉਹਨਾਂ ਨੂੰ ਮਿਨਿਸਟਰੀ ਦੇਤੀ ਡਾਕਟਰ ਚੀਮਾ ਨੂੰ। ਪਲੱਸ ਮਲੂਕਾ ਸਾਹਿਬ ਦਾ ਹੁਣ ਤੱਕ ਦਾ ਜੋ ਰੈਕੋਰਡ ਸੀਗਾ ਕਾਫੀ ਕੰਟਰੀਵਰਸ਼ਲ ਰਹੇ ਨੇ ਕਰਪਸ਼ਨ ਚਾਰਜਸ ਨੂੰ ਲੈ ਕੇ। ਤੇ ਕਿਤੇ ਨਾ ਕਿਤੇ ਮੈਸੇਜ ਤਾਂ ਪਾਰਟੀ ਦੇ ਵਿੱਚ ਔਰ ਜਿਹੜੇ ਕਰਪਸ਼ਨ ਦੇ ਆਈ ਵਿਲ ਸੇ ਹੈੱਡ ਸੀਗੇ ਕਿ ਆਪਣੇ ਡਿਪਾਰਟਮੈਂਟ 'ਚ ਸਭ ਤੋਂ ਜ਼ਿਆਦਾ ਇਹ ਜ਼ਿੰਮੇਵਾਰ ਸੀਗੇ ਤੇ ਉਹਨਾਂ ਨੂੰ ਕਿਤੇ ਅਗਰ ਸਾਈਡਲਾਈਨ ਕੀਤਾ ਹੈ ਤੇ ਮੈਸੇਜ ਤਾਂ ਬਹੁਤ ਵਧੀਆ। ਤੇ ਬਾਦਲ ਸਾਹਿਬ ਜਿਸ ਤਰ੍ਹਾਂ ਜਿਵੇਂ ਮੋਦੀ ਸਾਹਿਬ ਮੀਟਿੰਗਾਂ ਕਰ ਰਹੇ ਹੈਗੇ ਨੇ ਆਪਣੇ ਜਿਹੜੇ ਕੈਬਨਿਟ ਮਿਨਿਸਟਰਸ ਨੂੰ ਜਾਂ ਅਥਾਰਟੀਜ਼ ਨੂੰ ਜਿਹੜਾ ਸਮਝਾ ਰਹੇ ਨੇ ਵੀ ਕਿਸ ਤਰ੍ਹਾਂ ਕੰਮ ਕਰਨਾ, ਬਾਦਲ ਸਾਹਿਬ ਵੀ ਬਰਾਬਰੀ ਉਸੇ ਤਰ੍ਹਾਂ ਹੀ ਮੋਦੀ ਨੂੰ ਕਾਪੀ ਕਰ ਰਹੇ ਹੈਗੇ ਨੇ। ਉਹ ਵੀ ਮੀਟਿੰਗਾਂ ਕਰ ਰਹੇ ਹੈਗੇ ਨੇ, ਰੀਸ਼ਫਲ ਕਰ ਰਹੇ ਹੈਗੇ ਨੇ ਆਪਣੇ। ਉਹਨਾਂ ਨੇ ਵੀ ਜਿਹੜੇ ਹੈਗੇ ਕਿ ਆਪਣੇ ਕੈਬਨਿਟ ਮਿਨਿਸਟਰਸ ਨੂੰ ਕਿਹਾ ਹੈਗਾ ਕਿ ਆਪਣੇ 10 ਜਿਹੜੇ ਹੈਗੇ ਨੇ ਸੁਝਾਅ ਤੁਸੀਂ ਜਿਹੜੇ ਆਪਣੇ ਡਿਪਾਰਟਮੈਂਟ ਦੇ ਦਿਓ, ਫਿਰ ਉਹਨਾਂ ਤੇ ਜਿਹੜੀਆਂ ਪਾਲਿਸੀ ਜਿਹੜੀਆਂ ਬਣਾਵਾਂਗੇ। ਦੂਜਾ ਨਸ਼ਿਆਂ ਨੂੰ ਲੈ ਕੇ ਜਿਹੜਾ ਹੈਗਾ ਪਾਰਲੀਮੈਂਟ ਵਿੱਚ ਵੀ ਬਹੁਤ ਰੌਲਾ ਪਿਆ ਹੈਗਾ। ਜਿਵੇਂ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਨਸ਼ਿਆਂ ਦਾ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਚੱਲ ਰਹੇ ਨੇ ਉਹਦਾ ਮੁੱਦਾ ਉਠਾਇਆ ਹੈਗਾ, ਭਗਵੰਤ ਮਾਨ ਹੋਰਾਂ ਨੇ ਉਠਾਇਆ ਹੈਗਾ, ਧਰਮਵੀਰ ਗਾਂਧੀ ਹੋਰਾਂ ਨੇ ਉਠਾਇਆ। ਉਹਨੂੰ ਲੈ ਕੇ ਵੀ ਔਰ ਪੰਜਾਬ ਗੌਰਮੈਂਟ ਵੱਲ ਵੀ ਹੁਣ ਇਲੈਕਸ਼ਨ ਜਦੋਂ ਖਤਮ ਹੋਏ ਨੇ ਉਹ ਤੋਂ ਬਾਅਦ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੁੱਧ। ਉਸ ਦਾ ਕੀ ਮਤਲਬ ਸਮਝਦੇ ਹੈਗੇ ਤੁਸੀਂ? ਸੁਖਬੀਰ ਬਾਦਲ ਤੇ ਇਹ ਕਹਿੰਦੇ ਨੇ ਕਿ ਨਸ਼ਿਆਂ ਦੀ ਕੋਈ ਵੱਡੀ ਪ੍ਰੋਬਲਮ ਨਹੀਂ, ਬਾਦਲ ਸਾਹਿਬ ਕਹਿੰਦੇ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਨੇ। ਇਹ ਕੀ ਐਕਚੁਅਲੀ ਪੋਜੀਸ਼ਨ ਹੈ ਕੀ ਉੱਥੇ? ਨਹੀਂ ਮੈਂ ਤਾਂ ਇਹ ਗੱਲ ਕਹੂੰਗਾ ਜੀ ਕਿ ਜਿਹੜੇ ਸੀਨੀਅਰ ਬਾਦਲ ਸਾਹਿਬ ਹੈਗੇ ਨੇ ਉਹ ਬਹੁਤ ਸ਼ਰੂਡ ਪੋਲੀਟੀਸ਼ੀਅਨ ਨੇ, ਬਹੁਤ ਮੈਚੁਰਡ ਪੋਲੀਟੀਸ਼ੀਅਨ ਨੇ ਐਜ਼ ਕੰਪੇਅਰ ਟੂ ਸੁਖਬੀਰ ਬਾਦਲ। ਜਿੰਨੀ ਜਿਹੜੀ ਉਹਨਾਂ ਨੇ ਪੋਲਿਟਿਕਸ ਦੇਖੀ ਹੈ ਜਾਂ ਜਿਸ ਤਰੀਕੇ ਦੀ ਪੋਲਿਟਿਕਸ ਉਹਨਾਂ ਨੇ ਆਪਣੀ ਲਾਈਫ ਟਾਈਮ 'ਚ ਕੀਤੀ ਹੈ ਤੇ ਉਹਨਾਂ ਨੂੰ ਪਤਾ ਹੈ ਡਾਊਨ ਦਾ ਲਾਈਨ ਜੋ ਸੱਚਾਈਆਂ ਨੇ।
ਤੇ ਸੁਖਬੀਰ ਬਾਦਲ ਮੇਰਾ ਖਿਆਲ ਅੱਜ ਵੀ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਡਿਨਾਇਲ ਮੋਡ 'ਚ ਨੇ ਕਿ ਜੋ ਸੱਚਾਈ ਹੈ ਉਹਨੂੰ ਐਕਸੈਪਟ ਕਰਨ ਨੂੰ ਤਿਆਰ ਨਹੀਂ। ਪਹਿਲਾਂ ਇਹ ਵੀ ਸੀ ਕਿ ਮੈਨੂੰ ਲੱਗਦਾ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਹੈਗਾ ਬਾਦਲ ਸਾਹਿਬ, ਸੀਨੀਅਰ ਬਾਦਲ ਸਾਹਿਬ ਥੋੜਾ ਸਾਇਲੈਂਟ ਸੀ ਵੀ ਚਲ ਸੁਖਬੀਰ ਬਾਦਲ ਨੂੰ ਐਕਸਪੀਰੀਅੰਸ ਹੋ ਲੈਂਦੋ, ਇਹਨੂੰ ਮਿਨਿਸਟਰੀਆਂ ਚਲਾ ਲੈਂਦੋ, ਇਸ ਕਰਕੇ ਉਹਨਾਂ ਪਤਾ ਇੰਟਰਫੇਅਰ ਕੀਤਾ ਨਹੀਂ, ਪਰ ਉਹਨਾਂ ਨੇ ਵੇਖਿਆ ਵੀ ਇਹ ਵਿਗੜ ਗਿਆ ਕੰਮ, ਹੁਣ ਸੁਧਾਰਨ ਦੇ ਮੋਡ 'ਚ ਹੈਗੇ ਨੇ। ਨਹੀਂ ਜੀ, ਤੁਸੀਂ ਭਾਜੀ ਅਗਰ ਕ੍ਰਿਟੀਕਲ ਐਨਾਲਿਸਿਸ ਕਰ ਲਈਏ ਆਪਾਂ ਬਰੀਫਲੀ, ਅਗਰ ਕਾਂਗਰਸ ਦਾ ਡਾਊਨਫਾਲ ਹੋਇਆ ਉਹ ਵੀ ਇਸ ਕਰਕੇ ਹੋਇਆ ਵੀ ਉਹ ਕਿਤੇ ਨਾ ਕਿਤੇ ਗਰਾਊਂਡ ਰਿਐਲਿਟੀਜ਼ ਤੋਂ ਪਰੇ ਹਟੇ। ਉਹਨਾਂ ਨੇ ਜਿਹੜੇ ਗਰਾਊਂਡ ਲੈਵਲ ਤੇ ਵਰਕਰ ਸੀਗੇ ਜਾਂ ਗਰਾਊਂਡ ਲੈਵਲ ਤੇ ਜਿਹੜੇ ਲੀਡਰ ਸੀਗੇ ਉਹਨਾਂ ਦੀ ਗੱਲ ਨਹੀਂ ਸੁਣੀ ਜਾਂ ਉਹਨਾਂ ਦੀਆਂ ਫੀਲਿੰਗਸ ਨੂੰ ਐਕਸਪ੍ਰੈਸ ਨਹੀਂ ਹੋਣ ਦਿੱਤਾ। ਇਹੀ ਕੁਝ ਜਿਹੜਾ ਸੀਗਾ ਉਹ ਬਾਦਲ ਸਾਹਿਬ ਦੇ ਜਾਂ ਸੁਖਬੀਰ ਬਾਦਲ ਜੀ ਦੇ ਆਈ ਵਿਲ ਸੇ ਲਾਰਜਲੀ ਅੰਡਰ ਹੋਇਆ। ਇਹਨਾਂ ਨੇ ਕਿਸੇ ਨੂੰ ਸੁਣਿਆ ਨਹੀਂ, ਕਿਸੇ ਨੂੰ ਪੁੱਛਿਆ ਨਹੀਂ, ਕਿਸੇ ਨੂੰ ਮਿਲੇ ਨਹੀਂ। ਜੇ ਡਿਵੈਲਪਮੈਂਟ ਰੱਖੀ ਹੈ ਤੇ ਅੱਜ ਦੀ ਰੇਟ ਦੇ ਵਿੱਚ ਅਗਰ ਤੁਸੀਂ ਦੇਖ ਲਓ ਤਾਂ ਸਾਰਾ ਜ਼ੋਰ ਜਿਹੜਾ ਉਹ ਬਠਿੰਡਾ ਏਰੀਆ 'ਚ ਲੱਗਿਆ ਹੋਇਆ। ਮੈਂ ਨਹੀਂ ਕਹਿੰਦਾ ਕਿ ਬਠਿੰਡੇ ਨਹੀਂ ਲੱਗਣਾ ਚਾਹੀਦਾ, ਪਰ ਇਹ ਹੈਗਾ ਕਿ ਜਦੋਂ ਡਿਵੈਲਪਮੈਂਟ ਹੋਵੇ ਤੇ ਉਹ ਇਦਾਂ ਇੱਕ ਸਿੰਗਲ ਆਊਟ ਨਹੀਂ ਹੋਣਾ ਚਾਹੀਦਾ ਵੀ ਪੰਜਾਬ ਦੇ ਵਿੱਚ ਇਹ ਨਜ਼ਰ ਆ ਜਾਵੇ ਫਰਕ ਬਈ ਬਠਿੰਡਾ ਸਪੈਸ਼ਲ ਆ ਤੇ ਬਾਕੀ ਪੰਜਾਬ ਜਿਹੜਾ ਆ ਉਹ ਜਿੱਦਾਂ ਮਤਈ ਮਾਣ ਵਾਲਾ ਸਲੂਕ ਆ। ਤੇ ਅਗਰ ਇਹਨਾਂ ਨੇ ਉਹਨਾਂ ਲੀਡਰਾਂ ਦੀ ਗੱਲ ਸੁਣੀ ਹੁੰਦੀ, ਅੱਜ ਅਗਰ ਢੀਂਡਸਾ ਸਾਹਿਬ ਦੀ ਗੱਲ ਕਰ ਲਓ ਤੇ ਪਰਮਿੰਦਰ ਢੀਂਡਸਾ ਜਿਸ ਕਨਸਟੀਚੁਐਂਸੀ ਨੂੰ ਰਿਪਰੈਜ਼ੈਂਟ ਕਰਦੇ ਨੇ ਉੱਥੇ ਵੀ ਆਪਣੇ ਫਾਦਰ ਨੂੰ ਉਹ ਲੀਡ ਨਹੀਂ ਦਵਾ ਸਕੇ। ਤੇ ਇਹ ਮੈਸੇਜ ਇਹੀ ਹੈ ਕਿ ਅਗਰ ਤੁਸੀਂ ਗ੍ਰਾਸ ਰੂਟ ਲੈਵਲ ਤੇ ਜਿਹੜਾ ਵਰਕਰ ਆ ਜਾਂ ਲੀਡਰ ਆ ਅਗਰ ਉਹਦੀ ਨਹੀਂ ਸੁਣੋਗੇ ਤੇ ਆਪਣੀ ਹਾਈ ਹੈਡਡ ਅਪਰੋਚ ਚਲਾਓਗੇ ਤੇ ਉਹਦਾ ਖਮਿਆਜ਼ਾ ਭੁਗਤਣਾ ਪਏਗਾ। ਪਰ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਉਸ ਨੂੰ ਤੁਸੀਂ ਕੀ ਸਮਝਦੇ ਹੈਗੇ ਕਿ ਸਹੀ ਚੱਲ ਰਹੀ ਹੈਗੀ ਹੈ ਕਿਸ ਤਰ੍ਹਾਂ? ਨਸ਼ਿਆਂ ਦੇ ਵਿਰੁੱਧ ਜੀ ਮੁਹਿੰਮ ਤਾਂ ਚੱਲਣੀ ਚਾਹੀਦੀ ਸੀਗੀ ਸਤਿੰਦਰ ਜੀ, ਪਰ ਅਗੇਨ ਮੈਂ ਕਹਾਂਗਾ ਕਿ ਥੋੜਾ ਜਿਹਾ ਜਿਹੜਾ ਅਪਰੋਚ ਆ ਉਹ ਇਹਨਾਂ ਨੂੰ ਬਦਲਣੀ ਚਾਹੀਦੀ ਹੈ। ਅੱਜ ਚੱਕ ਕੇ ਸਾਰੇ ਜਿਹੜੇ ਨਸ਼ਾ ਕਰਦੇ ਨੇ ਮਰੀਜ਼ ਹੈਗੇ, ਹਾਂਜੀ, ਉਹਨਾਂ ਨੂੰ ਤੁਸੀਂ ਫੜ ਕੇ ਅੰਦਰ ਦੇ ਦਿਓ, ਉਹ ਸੋਲੂਸ਼ਨ ਨਹੀਂ ਹੈਗਾ ਮੇਰਾ ਖਿਆਲ। ਉਹ ਤਾਂ ਰਾਦਰ ਅਸੀਂ ਪ੍ਰੋਬਲਮ ਨੂੰ ਜਿਹੜੇ ਜੇਲ੍ਹ ਦੇ ਅੰਦਰ ਨੇ ਉਹਨੂੰ ਵਧਾ ਰਹੇ ਹਾਂ, ਉਹਨਾਂ ਲਈ ਕੰਪਲਿਕੇਸ਼ਨਸ ਕ੍ਰੀਏਟ ਕਰ ਰਹੇ ਹਾਂ। ਅੱਜ ਇਸ਼ੂ ਇਹ ਹੈਗਾ ਕਿ ਪਹਿਲਾਂ ਤਾਂ ਸਭ ਤੋਂ ਪਹਿਲੀ ਗੱਲ ਪ੍ਰਕਾਸ਼ ਸਿੰਘ ਜੀ ਬਾਦਲ ਵਾਲੇ ਫਾਰਮੂਲੇ ਤੇ ਆਈਏ ਕਿ ਉਹ ਐਕਸੈਪਟ ਕਰ ਰਹੇ ਨੇ ਕਿ ਹਾਂ ਪ੍ਰੋਬਲਮ ਹੈਗੀ ਹੈ। ਜਦੋਂ ਤੁਸੀਂ ਇਹ ਐਕਸੈਪਟ ਕਰਦੇ ਹੋ ਕਿ ਪ੍ਰੋਬਲਮ ਹੈਗੀ ਹੈ, ਫਿਰ ਉਹਦਾ ਬੈਸਟ ਵੇ ਆਊਟ ਇਹ ਹੈਗਾ ਕਿ ਜਿਹੜੇ ਬੰਦੇ ਅਫੈਕਟਡ ਨੇ ਉਹਨਾਂ ਨੂੰ ਜਿੰਨਾ ਚਿਰ ਤੱਕ ਤੁਸੀਂ ਆਪਣਾ ਉਹਨਾਂ ਸੈਂਟਰਸ ਨਹੀਂ ਲੈ ਕੇ ਜਾਓਗੇ, ਜਿਹਨੂੰ ਆਪਾਂ ਡੀ ਐਡਿਕਸ਼ਨ ਸੈਂਟਰਸ ਕਹਿੰਦੇ ਆ, ਉਹਨਾਂ ਨੂੰ ਉਹਨਾਂ ਕੋਰਸਿਸ ਦੇ ਥਰੂ ਜਾਂ ਹੁਣ ਜਿਸ ਤਰ੍ਹਾਂ ਸੁਣਨ ਚ ਆ ਰਿਹਾ ਵੀ ਇਹ ਕਾਉਂਸਲਰਸ ਵੀ ਅਪਾਇੰਟ ਕਰ ਰਹੇ ਨੇ ਜਿਹੜੇ ਅਡਿਕਟ ਨੇ ਉਹਨਾਂ ਨੂੰ ਕਾਉਂਸਲਿੰਗ ਵੀ ਪ੍ਰੋਵਾਈਡ ਕਰਨ ਨੂੰ ਤਿਆਰ ਨੇ। ਸੋ ਉਹ ਅਪਰੋਚ ਬਹੁਤ ਜ਼ਰੂਰੀ ਹੈ ਪੈਰਲਲ ਪੂਰੀ ਸਪੀਡ ਨਾਲ ਚੱਲਣ ਦੀ, ਕਿਉਂਕਿ ਅੱਜ ਬੰਦੇ ਫੜ ਕੇ ਅੰਦਰ ਕਰ ਦੇਣਾ ਤੇ ਬਹੁਤ ਸੌਖਾ ਕੰਮ ਹੈ। ਕਿਉਂਕਿ ਕਈ ਜਗ੍ਹਾ ਤੇ ਨਾ ਨਸ਼ਾ ਛਡਾਊ ਕੇਂਦਰ ਵੀ ਹੈ ਬਣਾਏ ਹੋਏ ਨੇ, ਸਰਕਾਰੀ ਹਸਪਤਾਲਾਂ ਦੇ ਵਿੱਚ ਹੀ ਬਣਾਏ ਹੋਏ ਨੇ, ਪਰ ਉਹਨਾਂ ਦੀ ਖਸਤਾ ਹਾਲਤ ਹੈ, ਕੁਰਸੀਆਂ ਨਹੀਂ ਬੈਠਣ ਨੂੰ ਕੋਈ ਮਰੀਜ਼ ਵੀ ਨਹੀਂ ਆਉਂਦਾ, ਕਿਉਂਕਿ ਇਹ ਨਸ਼ੇ ਦਾ ਕੰਮ ਇਦਾਂ ਦਾ ਹੈਗਾ ਕਿ ਜੇ ਕੋਈ ਮਰੀਜ਼ ਹੋਵੇ ਵੀ ਤਾਂ ਵੀ ਉਹ ਖੁੱਲ ਕੇ ਸਾਹਮਣੇ ਨਹੀਂ ਆਉਂਦਾ, ਮਾਂ ਪਿਓ ਲੈ ਕੇ ਨਹੀਂ ਆਉਂਦੇ ਵੀ ਸਾਡਾ ਮੁੰਡਾ ਬਦਨਾਮ ਹੋ ਜਾਏਗਾ, ਵਿਆਹ ਕਿੱਦਾਂ ਹੋਏਗਾ। ਤੇ ਇਸ ਕਰਕੇ ਉਹ ਨਸ਼ਾ ਛਡਾਊ ਕੇਂਦਰ ਵੀ ਜਿਹੜੇ ਬਣਾਏ ਹੋਏ ਸੀ ਉਹ ਮਤਲਬ ਕਹਿ ਕਿ ਐਵੇਂ ਮਤਲਬ ਇਨਐਕਟਿਵ ਹੀ ਪਏ ਹੋਏ ਸੀ। ਤੇ ਬਾਦਲ ਸਾਹਿਬ ਨੇ ਇਹ ਵੀ ਕਿਹਾ ਹੈਗਾ ਕਿ ਮੈਂ ਜੀ ਖੁਦ ਜਾ ਕੇ ਜਿਹੜਾ ਨਸ਼ਾ ਛਡਾਊ ਕੇਂਦਰ ਜਿਹੜਾ ਹੈਗਾ ਉਹਨਾਂ ਨੂੰ ਵਿਜ਼ਿਟ ਕਰਾਂਗਾ, ਕਿਉਂਕਿ ਉਹ ਇੱਕ ਚੀਫ ਮਿਨਿਸਟਰ ਨੇ ਆਣਾ ਹੋਵੇ ਤੇ ਨੈਚੁਰਲੀ ਉਹਦਾ ਫਰਕ ਤੇ ਪੈਂਦਾ ਹੀ ਹੈਗਾ। ਨਹੀਂ, ਉਹ ਵੀ ਗੱਲ ਹੈ ਜੀ। ਨਾਲੇ ਉਹ ਇਹ ਤਾਂ ਮੈਸੇਜ ਘੱਟ ਤੋਂ ਘੱਟ ਸਾਰੀ ਸਿਸਟਮ ਨੂੰ ਜਾਂ ਆਪਣੀ ਮਸ਼ੀਨਰੀ ਨੂੰ ਦੇ ਰਹੇ ਨੇ ਕਿ ਮੈਂ ਇਸ ਇਸ਼ੂ ਤੇ ਸੀਰੀਅਸ ਹਾਂ। ਤੇ ਜਿਹੜੇ ਵੀ ਅਦਾਇਰੇ ਇਸ ਚੀਜ਼ ਨਾਲ ਇਨਵੋਲਵਡ ਨੇ, ਚਾਹੇ ਉਹ ਸਿਵਲੀਅਨ ਸਾਈਡ ਦੇ ਉੱਤੇ ਮੈਡੀਕਲ ਫੈਸਿਲਿਟੀਜ਼ ਲੈ ਲਓ ਤੇ ਮੈਡੀਕਲ ਡਿਪਾਰਟਮੈਂਟ ਲੈ ਲਓ, ਜਾਂ ਦੂਜੇ ਪਾਸੇ ਰੋਕਣ ਵਾਲੇ ਪੱਖੋਂ ਅਗਰ ਪੁਲਿਸ ਨੂੰ ਦਾ ਮਹਿਕਮਾ ਲੈ ਲਓ ਜਾਂ ਲਾਅ ਐਨਫੋਰਸਿੰਗ ਏਜੰਸੀਜ਼ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਮੈਸੇਜ ਪਹੁੰਚੇ ਕਿ ਵੀ ਭਾਈ ਅਗਰ ਇਸ ਗੱਲ ਤੇ ਉਹ ਸੀਰੀਅਸ ਹੈਗੇ ਨੇ ਔਰ ਸਾਨੂੰ ਇਹ ਰਿਜ਼ਲਟਸ ਦੇਣੇ ਪੈਣੇ ਆ। ਤੇ ਉਹਨਾਂ ਨੂੰ ਹੁਣ ਇਹਨਾਂ ਦਿਨਾਂ ਦੇ ਵਿੱਚ ਹੁਣ ਆ ਰਿਹਾ ਕਿ ਇੰਨੀ ਕਿਲੋ ਫੀਮ ਫੜ ਲਈ ਜੀ, ਇੰਨੇ ਕਿਲੋ ਡਰੱਗਸ ਜਿਹੜੇ ਨੇ ਉਹ ਰਿਕਵਰ ਕੀਤੇ ਨੇ। ਤੇ ਇਹੀ ਅਗਰ ਚੀਜ਼ ਅੱਜ ਤੋਂ 5 ਸਾਲ ਪਹਿਲਾਂ ਜਾਂ 7 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਕੀਤੀ ਗਈ ਹੁੰਦੀ, ਇੰਨੀ ਸੀਰੀਅਸਨੈਸ ਦਿਖਾਈ ਆਪ ਹੀ ਮਤਲਬ ਕਹਿੰਦੇ ਰਲ ਮਿਲ ਕੇ ਆਪ ਹੀ ਵਧਾਈ ਸੀ। ਚਲੋ ਫਿਰ ਵੀ ਆਪਾਂ ਨੂੰ ਇਸ ਗੱਲ ਦੀ ਜ਼ਰੂਰ ਹੈਗੀ ਹੈ ਵੀ ਖੁਸ਼ੀ ਹੈ ਕਿ ਪੰਜਾਬ ਲੈਵਲ ਤੇ ਔਰ ਹਿੰਦੁਸਤਾਨ ਲੈਵਲ ਤੇ ਜਿਹੜਾ ਹੈਗਾ ਘੱਟੋ ਘੱਟ ਸੋਚਣਾ ਸ਼ੁਰੂ ਕੀਤਾ, ਹੌਲੀ ਹੌਲੀ ਸਟੈਪ ਲੈਣੇ ਸ਼ੁਰੂ ਕੀਤੇ ਨੇ ਤੇ ਆਸ ਰੱਖਣੀ ਚਾਹੀਦੀ ਹੈ ਕਿ ਇਹਦੇ ਜਿਹੜੇ ਨੇ ਚੰਗੇ ਜਿਹੜੇ ਆ ਪ੍ਰਭਾਵ ਸਾਹਮਣੇ ਆਣਗੇ। ਜੇ ਆਪਾਂ ਕੈਨੇਡਾ ਦੀ ਗੱਲ ਕਰੀਏ, ਜਿਵੇਂ ਕੈਨੇਡਾ ਬੜਾ ਨਿਸ਼ਾਂਤ ਮੁਲਕ ਮੰਨਿਆ ਜਾਂਦਾ ਹੈਗਾ, ਤੇ ਇਹਦੇ ਵਿੱਚ ਵੀ ਜਿਵੇਂ ਕਹਿ ਲਓ ਕਿ ਜਿਵੇਂ ਸਮੁੰਦਰ ਦਾ ਪਾਣੀ ਕਹਿ ਲਓ ਸ਼ਾਂਤ ਹੈਗਾ ਜਾਂ ਝੀਲ ਦਾ ਪਾਣੀ ਸ਼ਾਂਤ ਹੋਵੇ, ਕਿਤੇ ਵਿੱਚ ਕੋਈ ਪੱਥਰ ਮਾਰਦੇ ਤਾਂ ਡਿਸਟਰਬੈਂਸ ਪੈਦਾ ਹੋ ਜਾਂਦੀ ਹੈ। ਇੱਦਾਂ ਦੀ ਘਟਨਾਵਾਂ ਇੱਥੇ ਵੀ ਜਿਹੜੀਆਂ ਸਾਨੂੰ ਸੁਣਨ ਨੂੰ ਪਿਛਲੇ ਸਮਿਆਂ ਦੇ ਵਿੱਚ ਮਿਲਦੀਆਂ ਰਹੀਆਂ। ਕਦੀ ਕਿਸੇ ਦੋਸਤ ਨੇ ਜਿਹੜਾ
5 ਆਪਣੇ ਦੋਸਤਾਂ ਦਾ ਹੀ ਜਿਹੜਾ ਹੈਗਾ ਕਤਲ ਕਰ ਦਿੱਤਾ। ਸੋ ਹੁਣ ਇੱਕ ਖਬਰ ਆਈ ਹੈ ਨਿਊ ਬ੍ਰਿੰਸਵਿਕ ਇੱਕ ਸਟੇਟ ਹੈਗਾ, ਜਿਹੜਾ ਛੋਟਾ ਸਟੇਟ ਹੈਗਾ, ਥੋੜੀ ਉੱਥੇ ਦੀ ਪੋਪੂਲੇਸ਼ਨ ਹੈਗੀ, ਉੱਥੇ ਵੀ ਇੱਕ ਬੰਦੇ ਨੇ ਗਨ ਦੇ ਨਾਲ 3 ਜਿਹੜੇ RCMP ਦੇ ਨੌਜਵਾਨ ਸੀ ਉਹਨਾਂ ਨੂੰ ਮਾਰ ਦਿੱਤਾ। ਇਹ ਸਾਰੀ ਘਟਨਾ ਕੀ ਹੈਗੀਆਂ ਘਟਨਾਵਾਂ, ਕਿਸ ਤਰ੍ਹਾਂ ਤੁਸੀਂ ਲੈਂਦੇ ਵੀ ਕਿਉਂ ਵਾਪਰਦੀਆਂ ਇੰਨੇ ਸ਼ਾਂਤ ਦੇਸ਼ ਦੇ ਵਿੱਚ, ਕੈਨੇਡਾ ਵਰਗੇ ਮੁਲਕ ਦੇ ਵਿੱਚ? ਹਾਂਜੀ ਭਾਜੀ, ਬੜੀ ਅਫਸੋਸਨਾਕ ਘਟਨਾ ਆ ਜਿਹੜੀ ਨਿਊ ਬ੍ਰੰਸਵਿਕ 'ਚ ਹੋਈ ਹੈ, ਜਿਸ 'ਚ 3 ਯੰਗ RCMP ਦੇ ਆਫਿਸਰਸ ਜਿਹੜੇ ਨੇ ਉਹਨਾਂ ਨੇ ਆਪਣੀ ਜਾਨ ਗਵਾਈ ਹੈ। ਤੇ ਦੇਖਣ 'ਚ ਇਹ ਆ ਰਿਹਾ ਕਿ 2 ਤਰੀਕੇ ਦੀਆਂ ਸੋਚ ਮੈਂ ਕਹਾਂਗਾ ਕਿ ਇਸ ਇਸ਼ੂ ਤੋਂ ਬਾਅਦ ਹੁਣ ਸਾਹਮਣੇ ਆ ਗਈਆਂ ਨੇ। ਇੱਕ ਸੋਚ ਤਾਂ ਉਹ ਆ ਜਿਹੜੀ ਗਨ ਐਸੋਸੀਏਸ਼ਨਸ ਨੇ ਜਾਂ ਗਨਸ ਦੇ ਨਾਲ ਜਾਂ ਵੈਪਨਸ ਦੇ ਨਾਲ ਐਸੋਸੀਏਸ਼ਨਸ ਨੇ, ਉਹ ਤਾਂ ਇਹ ਗੱਲ ਕਹਿ ਰਹੀਆਂ ਨੇ ਕਿ ਇਸ ਚੀਜ਼ ਦਾ ਗਨ ਕਲਚਰ ਦੇ ਨਾਲ ਜਾਂ ਗਨ ਰੱਖਣ ਨਾਲ ਕੋਈ ਲਿੰਕ ਨਹੀਂ ਹੈਗਾ। ਦੂਜੇ ਪਾਸੇ ਜਿਨ੍ਹਾਂ ਦੀ ਸੋਚ ਜਿਹੜੀ ਹੈਗੀ ਆ ਉਹ ਇਹ ਹੈਗੀ ਹੈ ਕਿ ਕਿਤੇ ਨਾ ਕਿਤੇ ਇਹ ਸਾਈਕੋਲੋਜੀਕਲ ਸਟੇਟ ਜਾਂ ਮੈਂਟਲ ਸਟੇਟ ਜਿਹੜੀ ਹੈ ਉਹਦਾ ਬੇਸ ਹੈਗਾ, ਤਾਂ ਹੀ ਉਹਨੇ ਇਸ ਲੈਵਲ ਤੇ ਸੋਚਿਆ ਕਿ ਮੈਂ ਵੈਪਨ ਜਿਹੜੇ ਨੇ ਚੱਕਾਂ ਤੇ ਮੈਂ ਵਾਇਲੈਂਟਲੀ ਰਿਐਕਟ ਕਰਾਂ ਸੋਸਾਇਟੀ ਦੇ ਵਿੱਚ। ਤੇ ਇਸ ਕੇਸ ਦੇ ਵਿੱਚ ਜਿਹਨੇ ਕੇਸ ਕੀਤਾ ਹੈ ਜੀ ਜਸਟਿਨ, ਉਹਦਾ ਜੋ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੀ ਬਰੀਫ ਜੀ ਹਿਸਟਰੀ ਨਿਕਲ ਕੇ ਆਈ ਹੈ, ਕਿਉਂਕਿ ਅਸਲੀ ਗੱਲਾਂ ਤੇ ਅਜੇ ਨਿਕਲਣਗੀਆਂ, ਕਿਉਂਕਿ ਅਜੇ ਹੁਣ ਥੋੜਾ ਟਾਈਮ ਹੋਇਆ ਆ ਉਹਨੂੰ, ਉਹਦੇ ਅਰੈਸਟ ਤੋਂ ਬਾਅਦ ਅਜੇ ਇੰਟੈਰੋਗੇਸ਼ਨ ਦੇ ਜਿਹੜੇ ਰਿਜ਼ਲਟਸ ਨੇ ਉਹ ਕਦੋਂ ਆਉਂਦੇ ਨੇ ਉਹਨੂੰ ਟਾਈਮ ਲੱਗੇਗਾ। ਪਰ ਜਿਹੜੀ ਜਰਨਲ ਇਨਫੋਰਮੇਸ਼ਨ ਗੈਦਰ ਹੋਈ ਹੈ ਉਹ ਇਹ ਹੋਈ ਹੈ ਕਿ ਇਹ ਛੋਟੇ ਹੁੰਦੇ ਤੋਂ ਜਿਹੜਾ ਇੱਕ ਅਥਾਰਟੀ ਦੇ ਅੰਡਰ ਕੰਮ ਕਰਨਾ ਉਹਨੂੰ ਇਹ ਕਦੀ ਐਕਸੈਪਟ ਨਹੀਂ ਸੀ ਕਰਦਾ। ਈਵਨ ਇੱਕ ਬਹੁਤ ਵੱਡੇ ਰਿਟੇਲ ਚੇਨ ਵਾਸਤੇ ਇਹ ਕੰਮ ਕਰਦੇ ਸੀਗੇ ਜਸਟਿਨ, ਤੇ ਉੱਥੇ ਦੀ ਜਿਹੜੀ ਬੌਸ ਹੈਗੀ ਆ ਉਹਦੀ ਜਿਹੜੀ ਸਟੇਟਮੈਂਟ ਮੈਂ ਪੜ੍ਹੀ ਹੈ, ਉਹਨੇ ਕਿਹਾ ਕਿ ਮੈਂ ਇਹਨੂੰ ਇੰਨਾ ਸੀਰੀਅਸਲੀ ਤੇ ਨਹੀਂ ਸੀ ਲੈਂਦੀ, ਪਰ ਮੈਂ ਹੁਣ ਜੋ ਦੇਖਦੀ ਹਾਂ ਕਿ ਇਹਨੇ ਉਦੋਂ ਵੀ ਜਦੋਂ ਸਾਡੇ ਨਾਲ ਕੰਮ ਕੀਤਾ ਜਾਂ ਮੇਰੇ ਅੰਡਰ ਜਦੋਂ ਕੰਮ ਕੀਤਾ ਤੇ ਇਹਨੂੰ ਕੋਈ ਵੀ ਆਰਡਰਸ ਦਿੱਤੇ ਜਾਂਦੇ ਸੀਗੇ ਜਾਂ ਇਹਨੂੰ ਕੋਈ ਅਥਾਰਟੀ ਨਾਲ ਗੱਲ ਕਹੀ ਜਾਂਦੀ ਸੀ, ਇਹ ਉਹਨੂੰ ਐਕਸੈਪਟ ਨਹੀਂ ਸੀ ਕਰਦਾ, ਵਾਇਲੈਂਟਲੀ ਰਿਐਕਟ ਕਰਦਾ ਸੀ। ਔਰ ਅਲਟੀਮੇਟਲੀ ਇਹਦੇ ਇਸ ਬਿਹੇਵੀਅਰ ਕਰਕੇ ਹੀ ਇਹਨੂੰ ਜੌਬ ਤੋਂ ਫਾਇਰ ਕੀਤਾ ਗਿਆ। ਤੇ ਕਿਤੇ ਨਾ ਕਿਤੇ ਉਹਦੇ ਸ਼ੁਰੂ ਤੋਂ ਜਿਹੜੀ ਮੈਂਟਲ ਸਟੇਟ ਸੀਗੀ ਉਹ ਇਸ ਟਾਈਪ ਦੀ ਰਹੀ ਕਿ ਉਹਨੇ ਆਪਣੇ ਉੱਤੇ ਜਿਹੜੀ ਅਥਾਰਟੀ ਸੀਗੀ ਉਹਨੂੰ ਐਕਸੈਪਟ ਕਰਨਾ ਇੱਕ ਨਾਰਮਲ ਨਹੀਂ ਸਮਝਿਆ। ਹੁਣ ਉਹਦੇ ਵਿੱਚ ਅਪਬ੍ਰਿੰਗਿੰਗ ਦਾ ਫਾਲਟ ਆ ਜਾਂ ਉਹਦੀ ਕੰਪਨੀ ਜਿਹੜੀ ਐਸੋਸੀਏਸ਼ਨ ਸੀਗੀ ਉਹਦਾ ਫਾਲਟ ਆ। ਜਿਹੜਾ ਉਹਦੇ ਦਿਮਾਗ 'ਚ ਕੁਝ ਗੱਲਾਂ ਚੱਲਦੀਆਂ ਸੀ ਉਹਨੂੰ ਐਕਸਪ੍ਰੈਸ ਕਰਨ ਦਾ ਉਹਨੂੰ ਕਿਤੇ ਮੌਕਾ ਨਹੀਂ ਮਿਲਿਆ ਹੈਗਾ, ਕਿਉਂਕਿ ਜਦੋਂ ਕਹਿੰਦੇ ਨਾ ਕਿਸੇ ਦਾ ਗੁੱਸਾ ਨਿਕਲ ਜੇ ਤਾਂ ਫਿਰ ਠੰਡਾ ਹੋ ਜਾਂਦਾ ਹੈਗਾ। ਹੋ ਸਕਦਾ ਕਿ ਉਹਨੂੰ ਕਿਤੇ ਜਿਹੜਾ ਹੈਗਾ ਵੀ ਇਹੋ ਜਿਹਾ ਉਹਦਾ ਫੈਮਿਲੀ ਕਲਚਰ ਰਿਹਾ ਹੈਗਾ ਕਿ ਉਹਦੀਆਂ ਮਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਵੀ ਅੰਦਰ ਹੀ ਅੰਦਰ ਵਧੀਆਂ ਗਈਆਂ ਤੇ ਗੁੱਸੇ ਦੇ ਰੂਪ ਵਿੱਚ ਸਾਹਮਣੇ ਆ ਗਈਆਂ। ਪਰ ਮੈਂ ਇੱਥੇ ਸਤਿੰਦਰ ਜੀ ਇਹ ਜ਼ਰੂਰ ਕਹਿਣਾ ਚਾਹੂੰਗਾ ਕਿ ਅੱਜ ਇਸ ਇਨਸੀਡੈਂਟ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਬਹੁਤ ਸਤਰਕ ਰਹਿਣ ਦੀ ਲੋੜ ਆ, ਚਾਹੇ ਆਪਣੀ ਫੈਮਿਲੀ ਦੇ ਵਿੱਚ ਜਾਂ ਆਪਣੇ ਆਸ ਪੜੋਸ ਆਪਣੇ ਸਰਕਲ ਦੇ ਵਿੱਚ, ਕਿ ਅਗਰ ਕਿਸੇ ਵੀ ਇੰਡੀਵਿਜੂਅਲ ਦਾ ਐਸਾ ਕੋਈ ਬਿਹੇਵੀਅਰ ਹੈਗਾ ਆ ਉਹਨੂੰ ਲਾਈਟਲੀ ਨਾ ਲਿੱਤਾ ਜਾਵੇ ਔਰ ਇਨਫੋਰਮ ਕੀਤਾ ਜਾਵੇ, ਜਿਹੜੀਆਂ ਏਜੰਸੀਜ਼ ਨੇ ਉਹਨਾਂ ਨੂੰ ਟਾਈਮ ਸਿਰ ਇਨਫੋਰਮ ਕੀਤਾ ਜਾਵੇ ਕਿ ਇਹਦਾ ਜਿਹੜੇ ਸਟੇਟਮੈਂਟਸ ਨੇ ਜਾਂ ਜਿਹੜਾ ਇਹਦੇ ਸ਼ੌਕ ਨੇ ਉਹ ਬੜੇ ਡਿਸਟਰਕਟਿਵ ਨੇ ਜਾਂ ਓਫੈਂਸਿਵ ਨੇ, ਵੀ ਕੱਲ ਨੂੰ ਚੱਲ ਕੇ ਕਿਤੇ ਇਹ ਇੱਕ ਵੱਡਾ ਐਸਾ ਕਾਰਾ ਨਾ ਕਰੇ ਜਿਹੜਾ ਹੁਣ ਆਪਣੇ ਸਾਹਮਣੇ ਦੇਖਣ 'ਚ ਆਇਆ ਕਿ 3 RCMP ਦੇ ਨੌਜਵਾਨ ਇਹਦੇ ਇਸੇ ਗੱਲ ਨਾਲ ਐਸੋਸੀਏਟਡ ਇੱਕ ਗੱਲ ਸ਼ੇਅਰ ਕਰਨਾ ਚਾਹਾਂਗਾ ਕਿ ਦੇਖੋ, ਇੱਕ ਪਾਸੇ ਤਾਂ ਉਹ ਇਨਸਾਨ ਆ ਜਿਹਨੇ ਵੈਪਨ ਚੱਕੇ ਤੇ ਇਹਨਾਂ ਤਿੰਨਾਂ ਨੂੰ ਮਾਰਿਆ, ਤੇ ਦੂਜੇ ਪਾਸੇ ਇੱਕ ਜਾਨਵਰ ਜਿਹਦਾ ਇਹ ਹੈਂਡਲਰ ਸੀਗਾ, ਵਨ ਆਫ ਦਾ ਆਫਿਸਰ ਡੇਵ ਰੌਸ, ਉਹਦਾ ਪੁਲਿਸ ਡੌਗ ਜਿਹੜਾ ਸੀਗਾ ਜਰਮਨ ਸ਼ੈਫਰਡ, ਉਹ ਕਹਿੰਦੇ ਨੇ ਕਿ ਪੂਰੇ ਫਿਊਨਰਲ ਦੇ ਦੌਰਾਨ ਉਹ ਰੋਂਦਾ ਰਿਹਾ। ਤੇ ਤੁਸੀਂ ਦੇਖੋ ਵੀ ਕਿਤੇ ਨਾ ਕਿਤੇ ਜਿਹੜੇ ਨਾਰਮਲ ਬਿਹੇਵੀਅਰ ਵਾਲੇ ਬੰਦੇ ਨੇ, ਚਾਹੇ ਉਹ ਇਨਸਾਨ ਨੇ ਚਾਹੇ ਉਹ ਜਾਨਵਰ ਨੇ, ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਵੇਂ ਇਨਸਾਨ ਨੇ ਜਾਨਵਰਾਂ ਵਾਲਾ ਬਿਹੇਵ ਕੀਤਾ ਔਰ ਜਾਨਵਰ ਜਿੱਤੋਂ ਐਕਸਪੈਕਟਡ ਨਹੀਂ ਹੈ, ਉਹਨੇ ਦੇਖੋ ਇੰਨਾ ਜ਼ਬਰਦਸਤ ਆਪਣੀ ਐਸੋਸੀਏਸ਼ਨ ਦੱਸੀ ਹੈ ਜਾਂ ਆਪਣਾ ਦੁੱਖ ਪ੍ਰਗਟ ਕੀਤਾ ਕਿ ਪੂਰੇ ਫਿਊਨਰਲ ਦੇ ਦੌਰਾਨ ਉਹ ਰੋਂਦਾ ਰਿਹਾ। ਇੱਕ ਜੱਗੀ ਜੀ ਹੋਰ ਵੀ ਇੱਕ ਬੜੀ ਡਿਸਟਰਬਿੰਗ ਜਿਹੜੀ ਹੈਗੀ ਉਹ ਖਬਰ ਆਈ ਹੈਗੀ ਕਿ ਕੈਨੇਡਾ ਦੇ ਜੰਪਲ ਮਤਲਬ ਕਿ 2 ਮੁੰਡੇ ਜਿਹੜੇ ਹੈਗੇ ਨੇ
ਉਹ ਇਰਾਕ ਦੇ ਵਿੱਚ ਜਾਂ ਸੀਰੀਆ ਦੇ ਵਿੱਚ ਜਾ Terrorism ਕੇ ਦੇ ਵਿੱਚ, ਟੈਰਰਿਜ਼ਮ 'ਚ ਇਨਵੋਲਵ ਹੋ ਰਹੇ, ਇੰਨਾ ਜ਼ਿਆਦਾ ਇਨਵੋਲਵ ਆਪਣੇ ਆਪ ਨੂੰ ਹਿਊਮਨ ਬੰਬ ਬਣਾ ਕੇ ਵੀ ਕਈ ਨੇ ਜਿਹੜਾ ਹੈਗਾ ਉੱਥੇ ਉਹ ਇਹ ਕਾਰਨਾਮੇ ਨੂੰ ਜਿਹੜਾ ਹੈਗਾ ਉਹਨਾਂ ਨੇ ਅੰਜਾਮ ਦਿੱਤਾ ਹੈਗਾ। ਇਹ ਕਿਸ ਤਰ੍ਹਾਂ ਦੀ ਇਹ ਸੋਚ ਹੈਗੀ ਕਿ ਕੈਨੇਡਾ ਵਰਗੇ ਮੁਲਕ ਦੇ ਖਾਸ ਕਰਕੇ ਕੈਲਗਰੀ ਦੇ ਵਿੱਚ ਹੀ ਉਹ ਰਹਿੰਦੇ ਬੱਚੇ ਜਿਹੜੇ ਹਾਂਜੀ, ਇਹ ਇੱਕ ਹਿਊਮਨ ਬੰਬ ਬੜੀ ਭਾਜੀ ਮਤਲਬ ਮੇਰੇ ਵਾਸਤੇ ਵੀ ਬੜੀ ਹੈਰਾਨਗੀ ਦੀ ਗੱਲ ਸੀ ਜਦੋਂ ਮੈਂ ਵੀ ਇਹ ਨਿਊਜ਼ ਸੁਣੀ ਔਰ ਮੈਂ ਵੀ ਇਹਨੂੰ ਫੋਲੋ ਕੀਤਾ ਜਾਂ ਇਹਨੂੰ ਜਿਹੜੇ ਵੀ ਉਹ ਇਨਵੋਲਵ ਸੀਗੇ ਬੰਦੇ ਉਹਨਾਂ ਦੀ ਬੈਕਗਰਾਉਂਡ ਥੋੜੀ ਜਿਹੀ ਜਾਣਨ ਦੀ ਕੋਸ਼ਿਸ਼ ਕੀਤੀ ਥਰੂ ਦਾ ਨਿਊਜ਼ਪੇਪਰ ਜਾਂ ਜਿਹੜੇ ਵੀ ਸੋਰਸ ਅਵੇਲੇਬਲ ਸੀਗੇ। ਤੇ ਉਹ ਬੜੀ ਅਜੀਬ ਔਰ ਹੈਰਾਨਗੀ ਦੀ ਗੱਲ ਇਹ ਹੈ ਵੀ ਇੰਨਾ ਕੁਆਇਟ ਜਿਹਾ ਮੁਲਕ ਹੋਵੇ, ਫਿਰ ਉਸ ਤੋਂ ਬੜੀ ਕੁਆਇਟ ਜੀ ਜਗ੍ਹਾ ਆ ਕੈਲਗਰੀ, ਅਸੀਂ ਕਦੀ ਇੱਥੇ ਇੰਨਾ ਵਾਇਲੈਂਟ ਬਿਹੇਵੀਅਰ ਜਾਂ ਰਿਐਕਸ਼ਨਸ ਨਹੀਂ ਦੇਖਣ ਨੂੰ ਕਦੀ ਸੁਣੇ ਵੀ ਨਹੀਂ, ਦੇਖਣੇ ਦੇ ਇੱਕ ਪਾਸੇ ਨੇ। ਆਪਣੇ ਨੈਗੇਟਿਵ ਨਿਊਜ਼ ਬਹੁਤ ਘੱਟ ਇੱਥੇ ਜਿਹੜੀ ਸਾਹਮਣੇ ਆਉਂਦੀ ਹੈ ਜਾਂ ਆਈ ਹੈ ਜਾਂ ਹੋਈਆਂ ਨੇ, ਤੇ ਉਸ ਦੇ ਵਿੱਚ ਵੀ ਅਚਾਨਕ ਇਹ ਸਾਹਮਣੇ ਨਿਕਲ ਕੇ ਆਣਾ ਕਿ ਛੋਟਾ ਜਿਹਾ ਟਾਊਨ ਹੋਵੇ ਲਿਥਬ੍ਰਿਜ, ਉੱਥੇ ਯੂਨੀਵਰਸਿਟੀ ਦਾ ਸਟੂਡੈਂਟ ਹੋਵੇ ਔਰ ਉੱਥੋਂ ਉੱਠ ਕੇ ਉਹ ਇਸ ਡਿਸੀਜਨ ਤੇ ਪਹੁੰਚੇ ਕਿ ਮੈਂ ਕੈਨੇਡਾ ਤੋਂ ਸੀਰੀਆ ਜਾਣਾ ਹੈ ਜਾਂ ਮੈਂ ਕੈਨੇਡਾ ਤੋਂ ਇਰਾਕ ਜਾਣਾ ਹੈ, ਆਪਣੇ ਧਰਮ ਨੂੰ ਕਨਵਰਟ ਕਰਕੇ ਤੇ ਫਿਰ ਮੁੜ ਕੇ ਦੈਟ ਮੀਨਸ ਕਿਤੇ ਨਾ ਕਿਤੇ ਮਿਸਗਾਈਡਿੰਗ ਦੇ ਜਿਹੜੇ ਹੈਗੇ ਨੇ ਬੱਚੇ ਨੂੰ ਚਾਂਸਸ ਰਹਿੰਦੇ ਹੈਗੇ। ਹਾਂਜੀ, ਮੈਂ ਤਾਂ ਭਾਜੀ ਸਟਰੋਂਗਲੀ ਇਸ ਗੱਲ 'ਚ ਬਿਲੀਵ ਕਰਦਾ ਕਿ ਇਨਸਾਨ ਜੋ ਹੁੰਦਾ ਹੈ ਉਹਦੀ ਪਰਸਨੈਲਿਟੀ 70% ਉਹਦੀ ਅਪਬ੍ਰਿੰਗਿੰਗ ਦਾ ਉਹ ਬਾਈ ਪ੍ਰੋਡਕਟ ਹੁੰਦਾ ਹੈ। ਅੱਜ ਜੋ ਮੈਂ ਹੈਗਾ ਆ ਉਹ ਮੈਂ ਆਪਣੇ ਪੇਰੈਂਟਸ ਦੇ ਜਿਸ ਤਰ੍ਹਾਂ ਨੇ ਪਾਲਿਆ ਜੋ ਗਾਈਡ ਕੀਤਾ ਜੋ ਮੈਨੂੰ ਦੱਸਿਆ ਸਮਝਾਇਆ, ਮੈਂ ਮੇਰੀ 70% ਪਰਸਨੈਲਿਟੀ ਉਸ ਚੀਜ਼ ਤੇ ਬੇਸਡ ਹੈ ਔਰ 30% ਜੋ ਮੈਂ ਵੱਡਾ ਹੋ ਕੇ ਐਕਸਪੀਰੀਅੰਸ ਕੀਤਾ ਆਪਣੇ ਲੈਵਲ ਦੇ ਉੱਤੇ ਜਦੋਂ ਮੈਂ ਸੋਸਾਇਟੀ 'ਚ ਗਿਆ, ਮੈਂ ਉਹਦਾ ਹਿੱਸਾ ਬਣਿਆ ਜਾਂ ਉਹਨੇ ਮੇਰੇ ਪਰਸਨੈਲਿਟੀ ਦਾ ਇੱਕ ਇੰਪੈਕਟ ਛੱਡਿਆ। ਸੋ ਅਗਰ 70% ਏਡੀ ਵੱਡੀ ਮੈਂ ਉਹਨੂੰ ਪਰਸੈਂਟੇਜ ਮੰਨਦਾ ਹਾਂ ਕਿ ਜੋ ਫੈਮਿਲੀ ਦੇ ਵਿੱਚ ਜਾਂ ਜੋ ਪੇਰੈਂਟਸ ਲੈਵਲ ਤੋਂ ਇਹ ਗੱਲ ਉੱਠਦੀ ਹੈ, ਉਹਦਾ ਰੀਜ਼ਨ ਸ਼ਾਇਦ ਇਹ ਹੈਗਾ ਕਿ ਅਗਰ ਅਸੀਂ ਦੇਖੀਏ ਤੇ ਸਕੂਲ ਤੋਂ ਬਾਅਦ ਅਗਰ ਮੈਕਸਿਮਮ ਟਾਈਮ ਅਗਰ ਕਿਤੇ ਉਹ ਸਪੈਂਡ ਕਰਦਾ ਤਾਂ ਘਰ 'ਚ ਕਰਦਾ। ਅਗਰ ਉਹਨੂੰ ਘਰ 'ਚ ਸਹੀ ਐਟਮੋਸਫੀਅਰ ਮਿਲੇ ਔਰ ਘਰ ਦੇ ਵਿੱਚੋਂ ਸਹੀ ਗਾਈਡੈਂਸ ਮਿਲੇ ਔਰ ਜਿਹੜੇ ਪੇਰੈਂਟਸ ਨੇ ਕਿਤੇ ਨਾ ਕਿਤੇ ਉਹ ਇੱਕ ਅੱਛਾ ਐਗਜ਼ਾਮਪਲ ਸੈੱਟ ਕਰਕੇ ਬੱਚੇ ਦੀ ਅਪਬ੍ਰਿੰਗਿੰਗ ਅਗਰ ਕਰਦੇ ਨੇ, ਤੇ ਮੇਰਾ ਨਹੀਂ ਖਿਆਲ ਜੀ ਕੋਈ ਬੰਦਾ ਉਹਦੀ ਦਿਮਾਗ ਦੀ ਕੈਫੀਅਤ ਇੱਥੇ ਤੱਕ ਜਾ ਸਕਦੀ ਹੈ ਕਿ ਉਹ ਆਪਣੇ ਆਪ ਨੂੰ ਐਜ਼ ਹਿਊਮਨ ਬੰਬ ਕੈਨੇਡਾ ਤੋਂ ਉੱਠ ਕੇ ਜਾ ਕੇ ਤਾਂ ਇਰਾਕ ਦੇ ਵਿੱਚ ਮਤਲਬ ਐਕਟ ਕਰੇ ਔਰ ਮੇਰਾ ਖਿਆਲ ਹੈ ਕਿ ਉਹਨੇ 40 ਕੇ 45 ਨਾਲ ਇਹ ਵੀ ਗੱਲ ਹੁੰਦੀ ਹੈ ਕਿ ਬੰਦੇ ਮਾਰੇ ਨੇ ਉਸ ਚੱਕਰ 'ਚ। ਜਿਵੇਂ ਤੁਸੀਂ ਗੱਲ ਕਰੋ ਕਿ ਅੱਜ ਕਨਵਰਟ ਹੋਇਆ ਬੰਦਾ ਕਿਸੇ ਵੀ ਧਰਮ ਵਿੱਚ ਹੋਇਆ, ਉਹਨੂੰ ਸਮਝਣ ਨੂੰ ਤੇ ਕਈ ਕਹਿ ਲਓ ਸਾਲ ਲੱਗ ਜਾਂਦੇ, ਡਿਕੇਡਸ ਲੱਗ ਜਾਂਦੇ, ਵੀ 3 ਸਾਲਾਂ 'ਚ ਤੂੰ ਧਰਮ ਨੂੰ ਵੀ ਸਮਝ ਲਿਆ ਔਰ ਤੂੰ ਇਹ ਵੀ ਸਮਝ ਲਿਆ ਕਿ ਮੈਂ ਜੀ ਪਰਮਾਤਮਾ ਦੀ ਜਿਹੜੀ ਸੇਵਾ ਕਰ ਰਿਹਾ ਜਾਂ ਹਨਾ। ਤਾਂ ਮਤਲਬ ਇੱਕ ਮੂਰਖਤਾ ਦੀ ਹੱਦ ਤੱਕ ਕਿਸੇ ਵੀ ਲੈਵਲ ਤੇ ਅਗਰ ਜੀ ਉਹਦੀ ਬ੍ਰੇਨ ਵਾਸ਼ਿੰਗ ਕੀਤੀ ਗਈ ਆ ਤੇ ਉਹ ਬ੍ਰੇਨ ਵਾਸ਼ਿੰਗ ਕੋਈ ਇੱਕ ਦਿਨ 'ਚ ਤਾਂ ਹੁੰਦੀ ਨਹੀਂ। ਦੇਖੋ ਇੱਥੇ ਕੈਨੇਡਾ ਦੀ ਧਰਤੀ ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਇੱਕ ਦਿਨ 'ਚ ਹੋਈ ਆ ਜਾਂ ਇੱਕ ਹਫ਼ਤੇ 'ਚ ਹੋਈ ਹੈ। ਆਫਟਰ ਆਲ ਇਸ ਚੀਜ਼ ਨੂੰ ਟਾਈਮ ਲੱਗਿਆ ਹੋਊਗਾ। ਪਰ ਇੱਥੇ ਮੈਂ ਸਤਿੰਦਰ ਜੀ ਮੇਰੀ ਸੋਚ ਇਹ ਵੀ ਗੱਲ ਕਹਿੰਦੀ ਹੈ ਕਿ ਕਿਤੇ ਨਾ ਕਿਤੇ ਕੈਨੇਡੀਅਨ ਇੰਟੈਲੀਜੈਂਸ ਏਜੰਸੀ ਦਾ ਵੀ ਫੇਲੀਅਰ ਹੈਗਾ ਕਿ ਅਗਰ ਐਡਾ ਵੱਡਾ ਇੱਕ ਕੰਮ ਚੱਲ ਰਿਹਾ ਡਾਊਨ ਦਾ ਲਾਈਨ ਤੇ ਇਹਨਾਂ ਨੂੰ ਇਸ ਗੱਲ ਦੀ ਭਿਣਕ ਵੀ ਨਹੀਂ ਹੈਗੀ। ਤੇ ਹੁਣ ਅਚਾਨਕ ਇਹ ਪਤਾ ਚੱਲਿਆ ਕਿ ਜੋ ਉਹਨੇ ਐਜ਼ ਹਿਊਮਨ ਬੰਬ ਜੋ ਇਰਾਕ 'ਚ ਕੀਤਾ ਤੇ 45 ਬੰਦੇ ਮਾਰੇ ਨੇ। ਇਟਸ ਵੈਰੀ ਵੈਰੀ ਸ਼ੌਕਿੰਗ ਥਿੰਗ। ਤੇ ਜਗੀ ਜੀ ਤੁਸੀਂ ਆਏ ਸਾਡੇ ਪ੍ਰੋਗਰਾਮ ਦੇ ਵਿੱਚ ਔਰ ਖਾਸ ਖਬਰ ਇੱਕ ਨਜ਼ਰ ਦੇ ਵਿੱਚ ਔਰ ਆਪਣੇ ਵੱਡਮੁੱਲੇ ਜਿਹੜੇ ਹਨ ਵਿਚਾਰ ਸਾਂਝੇ ਕੀਤੇ ਖਾਸ ਖਬਰਾਂ ਦੇ ਉੱਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ।